ਮੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ। ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ। ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਹਾਂਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਏਕ ਬੇਰ ਸ਼੍ਰੀ ਗੁਰ ਗਏ ਗ੍ਰਾਮ ਹਰੀ ਕੇ ਥਾਨ। ਪ੍ਰਥਮ ਬਾਸ ਤਹਿ ਕੁਛ ਕੀਓ ਪਹੁੰਚੇ ਮੇਲੀ ਜਾਨ। ਏਕ ਬੇਰ ਸ਼੍ਰੀ ਗੁਰ ਗਏ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਾਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੀਏ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਬੈਠ ਕੇ ਗੁਰਬਾਣੀ ਜੀ ਦਾ ਦਰਸ਼ਨ, ਗੁਰਬਾਣੀ ਜੀ ਦਾ ਪਾਠ ਸਰਵਣ ਕਰ ਰਹੇ ਸੀਗੇ। ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਲੜੀਵਾਰ ਸਤਿਗੁਰੂ ਜੀ ਦੇ ਜੀਵਨ ਦੀ ਕਥਾ। ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਗੁਰੂ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਆਪ ਜੀ ਸਰਵਣ ਕਰ ਰਹੇ ਹੋ। ਹਜੂਰ ਮਹਾਰਾਜ ਗਰੀਬ ਨਵਾਜ ਸ੍ਰੀ ਖਡੂਰ ਸਾਹਿਬ ਜੀ ਦੀ ਧਰਤੀ ਤੇ ਸੁਭਾਏਮਾਨ ਹਨ। ਪ੍ਰੇਮੀ ਜਗਿਆਸੂ ਸਿੱਖ ਸੱਚੇ ਪਾਤਸ਼ਾਹ ਜੀ ਦੇ ਕੋਲ ਆਉਂਦੇ ਹਨ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਸੁਮੱਤ ਪ੍ਰਾਪਤ ਕਰਦੇ ਹਨ। ਜੀਵਨ ਕਿਸ ਤਰੀਕੇ ਨਾਲ ਜਿਉਣਾ ਹੈ, ਕਿਸ ਤਰੀਕੇ ਨਾਲ ਵਾਹਿਗੁਰੂ ਜੀ ਦਾ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ, ਪ੍ਰੇਮੀ ਸਿੱਖ ਆ ਕੇ ਮਹਾਰਾਜ ਜੀ ਦੇ ਕੋਲੋਂ ਸੁਮੱਤ ਪ੍ਰਾਪਤ ਕਰਦੇ ਹਨ। ਆਪ ਜੀ ਨੇ ਸਰਵਣ ਕੀਤਾ। ਹਜੂਰ ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਕੋਲ 3 ਸਿੱਖ ਆਏ ਜੀ। ਭਾਈ ਨਾਰਾਇਣ ਦਾਸ ਜੀ ਤੇ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਨਾਰਾਇਣ ਦਾਸ ਜੀ, ਭਾਈ ਦੀਪਾ ਜੀ ਤੇ ਭਾਈ ਬੁੱਲਾ ਜੀ। ਮਹਾਰਾਜ ਗਰੀਬ ਨਵਾਜ ਜੀ ਦੇ ਕੋਲ ਆ ਕੇ ਇਹਨਾਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਨੂੰ, ਮਹਾਰਾਜ ਅਸੀਂ ਜਨਮ ਤੇ ਮਰਨ ਦੇ ਬੰਧਨ ਵਿੱਚ ਪਏ ਹੋਏ ਹਾਂ। ਸੰਗਤ ਜੀ, ਜਨਮ ਤੇ ਮਰਨ ਵਿੱਚ ਬਹੁਤ ਵੱਡਾ ਦੁੱਖ ਹੈ। ਜੰਮਣਾ ਤੇ ਮਰਨਾ ਇਹ ਕੰਮ ਸੌਖਾ ਨਹੀਂ ਹੈਗਾ ਜੀ। ਜਨਮ ਮਰਨ ਵਿੱਚ ਬੜਾ ਵੱਡਾ ਦੁੱਖ ਹੈ। ਉਹਨਾਂ ਆਖਿਆ, ਮਹਾਰਾਜ ਬੇਨਤੀ ਹੈ ਕਿਰਪਾ ਕਰੋ ਜਨਮ ਮਰਨ ਘੱਟ ਦਿਓ। ਮਹਾਰਾਜ ਨੇ ਆਖਿਆ, ਭਾਈ ਭਗਤੀ ਕਰਿਆ ਕਰੋ। ਕਹਿਣ ਲੱਗੇ, ਮਹਾਰਾਜ ਅਸੀਂ ਤੇ ਭਗਤੀ ਜਾਣਦੇ ਹੀ ਨਹੀਂ ਵੀ ਭਗਤੀ ਕੀ ਹੁੰਦੀ ਹੈ। ਗੁਰੂ ਸਾਹਿਬ ਨੇ ਫਿਰ ਦੱਸਿਆ, ਇੱਕ ਗਿਆਨ ਹੈ, ਇੱਕ ਬੈਰਾਗ ਹੈ, ਇੱਕ ਫਿਰ ਤਿਆਗ ਹੈ, ਇੱਕ ਗਿਆਨ ਹੈ, ਬੈਰਾਗ ਹੈ, ਜੋਗ ਹੈ, ਤੇ ਚੌਥਾ ਜਿਹੜਾ ਹੈ ਉਹ ਭਗਤੀ ਹੈ। ਗਿਆਨ ਬਾਰੇ ਵੀ ਦੱਸਿਆ, ਬੈਰਾਗ ਬਾਰੇ ਵੀ ਦੱਸਿਆ ਤੇ ਜੋਗ ਬਾਰੇ ਵੀ ਦੱਸਿਆ ਜੀ। ਇਹ ਸਾਡੇ ਅੰਦਰ ਹੀ ਬੈਠੀ ਹੋਈ ਇੱਕ ਵਿਦਿਆ ਹੈ, ਜਿਹੜੀ ਸਾਧ ਸੰਗਤ ਜੀ ਜਿਹੜਾ ਖੋਜ ਕਰਦਾ ਉਹਨੂੰ ਪ੍ਰਾਪਤ ਹੁੰਦੀ ਹੈ। ਭਗਤੀ ਇਹਨਾਂ ਸਾਰਿਆਂ ਵਿੱਚੋਂ ਮਹਾਨ ਹੈ। ਭਗਤੀ ਕਿਵੇਂ ਕਰਨੀ ਹੈ? ਫਿਰ ਉਹਨਾਂ ਇਹ ਪੁੱਛਿਆ। ਮਹਾਰਾਜ ਨੇ ਸਾਰੀ ਗੱਲ ਦੱਸੀ। ਜਿਵੇਂ ਇੱਕ ਇਸਤਰੀ ਵਿਆਹੀ ਹੋਈ ਆਪਣੇ ਪਤੀ ਦੀ ਸੇਵਾ ਕਰਦੀ ਹੈ, ਆਪਣੇ ਪਤੀ ਨੂੰ ਖੁਸ਼ ਕਰਨ ਦਾ ਯਤਨ ਕਰਦੀ ਹੈ, ਪੂਰੀ ਕੋਸ਼ਿਸ਼ ਕਰਦੀ ਹੈ ਮੇਰਾ ਪਤੀ ਮੇਰੇ ਤੇ ਖੁਸ਼ ਰਵੇ, ਇਹ ਭਗਤੀ ਹੈ। ਮਹਾਰਾਜ ਕਹਿਣ ਲੱਗੇ ਉਹਦੀ। ਇਸੇ ਤਰ੍ਹਾਂ ਤੁਸੀਂ ਵਾਹਿਗੁਰੂ ਨੂੰ ਆਪਣਾ ਸਵਾਮੀ ਮਾਲਕ ਜਾਣਨਾ, ਪਰਮੇਸ਼ਰ ਨੂੰ, ਤੇ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਸਤੇ, ਉਹਦੀ ਖੁਸ਼ੀ ਲੈਣ ਵਾਸਤੇ ਪੂਰਾ ਯਤਨ ਕਰਨਾ ਹੈ। ਇਹ ਉਪਦੇਸ਼ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਦਿੱਤਾ। ਤਿੰਨੋਂ ਗੁਰੂ ਕੇ ਸਿੱਖ, ਭਾਈ ਨਾਰਾਇਣ ਦਾਸ ਜੀ, ਭਾਈ ਦੀਪਾ ਜੀ ਤੇ ਭਾਈ ਬੂਲਾ ਜੀ, ਇਹਨਾਂ ਮਹਾਰਾਜ ਜੀ ਦਾ ਉਪਦੇਸ਼ ਸੁਣਿਆ ਤੇ ਨਿਰਾ ਸੁਣਿਆ ਨਹੀਂ, ਉਸ ਦਿਨ ਤੋਂ ਵਾਹਿਗੁਰੂ ਜੀ ਦੀ ਭਗਤੀ ਵਿੱਚ ਲੀਨ ਹੋ ਗਏ ਜੀ। ਹੁਣ ਇਹਦੇ ਤੋਂ ਅੱਗੇ ਕਥਾ ਵਿਚਾਰ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਆਖੋ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਸਭ ਸੰਗਤ ਪਿਆਰ ਦੇ ਨਾਲ ਗੱਜ ਕੇ ਕਹੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਏਕ ਬੇਰ ਸ਼੍ਰੀ ਗੁਰ ਗਏ, ਗ੍ਰਾਮ ਹਰੀ ਕੇ ਥਾਨ। ਕਵੀ ਜੀ ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਇੱਕ ਵਾਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਹਰੀ ਕੇ ਪਿੰਡ ਵਿੱਚ ਗਏ ਜੀ। ਹਰੀ ਕੇ ਪਿੰਡ ਵਿੱਚ। ਹਾਂਜੀ। ਪ੍ਰਥਮ ਬਾਸ ਤਹ ਕੁਛ ਕੀਓ, ਪਹੁੰਚੇ ਮੇਲੀ ਜਾਨ। ਹਜੂਰ ਮਹਾਰਾਜ ਕੁਝ ਸਮਾਂ ਆਪਣੇ ਜੀਵਨ ਵਿੱਚੋਂ ਹਰੀ ਕੇ ਪਿੰਡ ਵਿੱਚ ਰਹੇ ਜੀ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ। ਇੱਕ ਹਰੀ ਕੇ ਸਾਧ ਸੰਗਤ ਜੀ ਇੱਧਰ ਹੈ, ਜਿੱਧਰ ਤਰਨ ਤਾਰਨ ਤੋਂ ਅੱਗੇ ਸਰਹਾਲੀ, ਸਰਹਾਲੀ ਤੋਂ ਅੱਗੇ ਚੋਲਾ ਸਾਹਿਬ, ਅੱਗੇ ਜਾ ਕੇ ਹਰੀ ਕੇ ਆਉਂਦਾ, ਜਿੱਥੇ ਪੱਤਣ ਵੀ ਬਣਿਆ। ਇਹ ਜਿਹੜਾ ਹਰੀਕੇ ਹੈ, ਇਹ ਸਾਧ ਸੰਗਤ ਜੀ ਫਿਰੋਜ਼ਪੁਰ ਵਿੱਚ ਹੈ। ਮਹਾਰਾਜ ਗਰੀਬ ਨਵਾਜ ਪਹਿਲਾਂ ਕੁਝ ਸਮਾਂ ਉੱਥੇ ਰਹੇ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਉੱਥੇ ਰਹਿਣ ਕਰਕੇ ਉੱਥੋਂ ਦੇ ਲੋਕ ਸੱਚੇ ਪਾਤਸ਼ਾਹ ਜੀ ਨੂੰ ਜਾਣਦੇ ਸਨ।
ਜਦੋਂ ਉੱਥੋਂ ਦੇ ਲੋਕਾਂ ਸੁਣਿਆ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਆਏ ਹੈ, ਤੇ ਉੱਥੋਂ ਦੀਆਂ ਸੰਗਤਾਂ ਲੋਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਜੀ। ਹਾਂਜੀ। ਚਉਪਈ ਡੇਰਾ ਕਰਿਓ ਗ੍ਰਾਮ ਤਿਸ ਜਾਏ। ਹਜੂਰ ਗਰੀਬ ਨਵਾਜ ਜੀ ਨੇ ਹਰੀਕੇ ਪਿੰਡ ਵਿੱਚ ਹੀ ਡੇਰਾ ਕਰ ਲਿਆ ਜੀ। ਹਾਂਜੀ। ਜਿਨ ਕੇ ਸੰਗ ਸਿੱਖ ਸਮੁਦਾਏ। ਜਿਨ੍ਹਾਂ ਦੇ ਨਾਲ ਹੋਰ ਵੀ ਸੰਗਤਾਂ ਬਹੁਤ ਹਨ। ਗੁਰੂ ਅੰਗਦ ਦੇਵ ਸਾਹਿਬ ਪਹਿਲਾਂ ਰਹਿੰਦੇ ਸਨ, ਉਦੋਂ ਵਡਿਆਈ ਨਹੀਂ ਸੀ ਪ੍ਰਾਪਤ ਗੁਰਤਾ ਗੱਦੀ ਦੀ। ਹੁਣ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਨੇ। ਮਹਾਰਾਜ ਜੀ ਦੇ ਨਾਲ ਬਹੁਤ ਸਾਰੀਆਂ ਸਿੱਖ ਸੰਗਤਾਂ ਸਨ। ਹਾਂਜੀ। ਸੁਨ ਸੁਨ ਮਹਿਮਾ ਨਰ ਬਿਸਮਾਏ। ਸੁਣ ਸੁਣ ਕੇ ਲੋਕ ਬੜੇ ਹੈਰਾਨ ਹੋਏ। ਸਾਡੇ ਪਿੰਡ ਵਿੱਚ ਰਹਿਣ ਵਾਲੇ ਇੰਨੀ ਵੱਡੀ ਵਡਿਆਈ ਪ੍ਰਾਪਤ ਕਰ ਗਏ ਨੇ। ਹਾਂਜੀ। ਸ਼੍ਰੀ ਨਾਨਕ ਗਾਦੀ ਇਨ ਪਾਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਪਰਮੇਸ਼ਰ, ਆਪ ਨਾਰਾਇਣ ਕਲਾ ਧਾਰ ਉਹਨਾਂ ਦੀ ਗੱਦੀ ਉੱਤੇ ਬੈਠ ਗਏ ਹੈ। ਹਾਂਜੀ। ਮੇਲੀ ਹੋਤੇ ਮਿਲੇ ਸਭ ਆਏ। ਜਿੰਨੇ ਵੀ ਉਸ ਪਿੰਡ ਵਿੱਚ ਮੇਲੀ ਸਨ ਨਾ, ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ, ਸਾਰੇ ਬੜੇ ਚਾਅ ਨਾਲ ਦਰਸ਼ਨ ਕਰਨ ਵਾਸਤੇ ਆਏ। ਉਹ ਤੇ ਲੈਣਾ ਹੀ ਜਾਣਦੇ ਸਨ ਨਾਮ, ਪਰ ਹੁਣ ਥਾਪਿਓ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਬਣ ਗਏ ਆ। ਸਭ ਮੇਲੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਘਰ ਬੰਧਨ ਬੈਠੇ ਸਮੁਦਾਏ। ਤੇ ਸਿੱਖ ਸੰਗਤਾਂ ਆ ਰਹੀਆਂ ਨੇ। ਮਹਾਰਾਜ ਗਰੀਬ ਨਵਾਜ ਤਖਤ ਤੇ ਸੱਜੇ ਹੋਏ ਹਨ। ਚੌ ਸਾਹਿਬ ਗੁਰੂ ਸਾਹਿਬ ਜੀ ਦੇ ਸੀਸ ਉੱਪਰ ਹੋ ਰਿਹਾ। ਸਿੱਖ ਸੰਗਤਾਂ ਆ ਕੇ ਨਮਸਕਾਰ ਕਰ ਰਹੀਆਂ। ਪੁਰਾਣੇ ਮੇਲੀ ਆ ਕੇ ਨਮਸਕਾਰ ਕਰ ਰਹੇ ਤੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਗਏ ਸਾਰੇ। ਹਾਂਜੀ। ਹੋਤੇ ਹਰੀ ਕੇ ਤਹਿ ਸਰਦਾਰਾ। ਉਥੇ ਹਰੀਕੇ ਦੇ ਵਿੱਚ ਸਾਧ ਸੰਗਤ ਜੀ ਇੱਕ ਸਰਦਾਰ ਰਹਿੰਦਾ ਸੀਗਾ, ਚੌਧਰੀ ਰਹਿੰਦਾ ਸੀਗਾ ਜੀ। ਹਾਂਜੀ। ਤਿੰਨ ਭੀ ਸੁਨ ਕਰ ਸੋ ਜਸ ਉਦਾਰਾ। ਉਹਨੂੰ ਵੀ ਪਤਾ ਲੱਗਾ ਸਾਡੇ ਪਿੰਡ ਵਿੱਚ ਰਹਿਣ ਵਾਲੇ ਲਹਿਣਾ ਜੀ ਬੜੀ ਵੱਡੀ ਵਡਿਆਈ ਪ੍ਰਾਪਤ ਕਰ ਗਏ ਹਨ। ਬੜੀ ਵੱਡੀ ਬਖਸ਼ਿਸ਼ ਪ੍ਰਾਪਤ ਹੋਈ ਆ ਉਹਨਾਂ ਨੂੰ। ਜਦੋਂ ਉਹਨਾਂ ਨੇ ਇਹ ਗੱਲ ਸੁਣੀ, ਹਾਂਜੀ, ਕਰ ਮਾਤ ਸਾਹਿਬ ਗੁਰ ਭਏ। ਪਤਾ ਲੱਗਾ ਵੀ ਬੜੀ ਵੱਡੀ ਕਰਾਮਾਤ ਵਾਲੇ ਬਣ ਗਏ ਆ ਗੁਰੂ ਅੰਗਦ ਦੇਵ ਸਾਹਿਬ ਜੀ। ਹਾਂਜੀ। ਪੂਰਬ ਬਸਤ ਹੋਤੇ ਜੋ ਗਏ। ਜਿਹੜੇ ਪਹਿਲਾਂ ਇੱਥੇ ਹੀ ਵਸ ਕੇ ਗਏ ਆ ਤੇ ਇੱਥੋਂ ਅੱਗੇ ਅੱਗੇ ਗਏ ਤੇ ਏਡੀ ਵੱਡੀ ਬਖਸ਼ਿਸ਼ ਮਿਲ ਗਈ। ਹਾਂਜੀ। ਮਿਲਨ ਹੇਤ ਸੋ ਭੀ ਚੱਲ ਆਇਓ। ਤੇ ਸਾਧ ਸੰਗਤ ਜੀ ਉਹ ਮਿਲਣ ਵਾਸਤੇ ਮਹਾਰਾਜ ਜੀ ਨੂੰ ਆਇਆ ਜੀ ਚੌਧਰੀ। ਹਾਂਜੀ। ਸੁਧ ਹਿਤ ਮਾਨਵ ਪ੍ਰਥਮ ਪਠਾਇਓ। ਉਹ ਜਿਹੜਾ ਚੌਧਰੀ ਸੀ ਨਾ ਜੀ, ਅੰਦਰ ਚੌਧਰੀ ਪੁਣਾ ਵੜਿਆ ਸੀਗਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਭਾਵ ਹੰਕਾਰ ਸੀਗਾ ਜੀ। ਹੰਕਾਰ ਜਿਹਦੇ ਮਗਰ 4 ਜਣੇ, ਉਹ ਚੌਧਰੀ ਜੀ। ਹਾਂਜੀ। ਚੌਧਰੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਹਉਮੈ ਦੇ ਵਿੱਚ ਇੱਕ ਬੰਦਾ ਪਹਿਲਾਂ ਭੇਜਿਆ ਜੀ। ਹਾਂਜੀ। ਸ਼੍ਰੀ ਅੰਗਦ ਤਿੰਨ ਕੀ ਗਤ ਜਾਨੀ। ਉਹ ਮਨੋਖਾ ਆ ਕੇ ਨਾ ਜੀ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਚੌਧਰੀ ਸਾਹਿਬ ਤੁਹਾਡੇ ਕੋਲ ਆ ਰਹੇ ਆ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਜਾਣ ਗਏ ਜੀ। ਸ਼੍ਰੀ ਅੰਗਦ ਤਿੰਨ ਕੀ ਗਤ ਜਾਨੀ। ਮਹਾਰਾਜ ਨੇ ਵੇਖ ਲਿਆ ਚੌਧਰੀ ਦੇ ਮਨ ਵਿੱਚ ਹਉਮੈ ਹੈ। ਚੌਧਰੀ ਦੇ ਮਨ 'ਚ ਚੌਧਰੀ ਪੁਣਾ ਵੜਿਆ, ਇਹਦੇ ਮਨ 'ਚ ਹੰਕਾਰ ਹੈ। ਹਾਂਜੀ। ਅਧਿਕ ਪਦਾਰਥ ਤੇ ਵੱਡ ਮਾਨੀ। ਸ਼ਾਹੂਕਾਰ ਵੱਡਾ ਹੈ, ਘਰ ਵਿੱਚ ਪਦਾਰਥ ਬੜੇ ਆ ਤੇ ਹੰਕਾਰੀ ਹੋ ਗਿਆ। ਮਨ ਵਿੱਚ ਹਉਮੈ ਆ ਗਈ ਹੈ। ਹਉਮੈ ਵਾਲਿਆਂ ਦੀ ਗੁਰੂ ਦੇ ਘਰ ਪੁੱਗਦੀ ਨਹੀਂ ਹੈ। ਹਉਮੈ ਵਾਲਿਆਂ ਦੀ ਨਹੀਂ ਪੁੱਗਦੀ ਜੀ। ਹਾਂਜੀ। ਜਾਂ ਤੇ ਏਕ ਪੰਘੂਰਾ ਲਿਆਇਓ। ਮਹਾਰਾਜ ਗਰੀਬ ਨਵਾਜ ਵੀ ਜਾਣਦੇ ਆ ਸਾਰੀ ਗੱਲ, ਵੀ ਇਹਨੇ ਸੰਗਤ ਵਿੱਚ ਨਹੀਂ ਬੈਠਣਾ। ਜਦੋਂ ਹਉਮੈ ਹੋ ਜੇ ਨਾ ਬੰਦੇ ਨੂੰ, ਫਿਰ ਬੰਦਾ ਸੰਗਤ ਵਿੱਚ ਨਹੀਂ ਬੈਠਦਾ ਜੀ, ਕਿਉਂਕਿ ਉਹ ਵੱਡਾ ਜੂ ਹੈ ਜੀ ਸਾਰਿਆਂ ਤੋਂ। ਮਹਾਰਾਜ ਨੇ ਇੱਕ ਸਾਧ ਸੰਗਤ ਦੀ ਪੀੜਾ ਮੰਗਵਾਇਆ ਵੀ ਚਲੋ ਇਹ ਪੀੜੇ ਤੇ ਬੈਠ ਜਾਵੇ। ਅਸਲ ਵਿੱਚ ਪੀੜਾ ਵੀ ਕੀ ਸੀਗਾ, ਇਹ ਮਹਾਰਾਜ ਨੇ ਕਸਵੱਟੀ ਲਾਈ ਸੀਗੀ ਜੀ। ਹਾਂਜੀ। ਤਿਸ ਬੈਠਨ ਕੇ ਹੇਤ ਡਸਾਵੋ। ਮਹਾਰਾਜ ਨੇ ਪ੍ਰੇਮੀ ਸਿੱਖ ਨੂੰ ਆਖਿਆ, ਪ੍ਰੇਮੀਆਂ ਇੱਥੇ ਚੌਧਰੀ ਵਾਸਤੇ ਪੀੜਾ ਡਾ ਦੇ।
ਹਾਂਜੀ। ਦਾਸ ਆਨ ਤਤਕਾਲ ਬਿਛਾਵਾ। ਸੇਵਕ ਨੇ ਉਸੇ ਵੇਲੇ ਉੱਥੇ ਪੀੜਾ ਡਾ ਦਿੱਤਾ ਜੀ ਲਿਆ ਕੇ। ਹਾਂਜੀ। ਇਤਨੇ ਮਹਿ ਚੱਲ ਕਰ ਸੋ ਆਵਾ। ਇੰਨੇ ਚਿਰ ਨੂੰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਉਹ ਸ਼ਾਹੂਕਾਰ ਚੱਲ ਕੇ ਆਇਆ ਜੀ। ਹਾਂਜੀ। ਕੀਤਕ ਸੰਗ ਲੋਗ ਤਹ ਆਏ। ਹੁਣ ਕੱਲਾ ਥੋੜੀ ਆਉਣਾ ਸੀਗਾ ਜੀ, ਚੌਧਰੀ ਸਾਹਿਬ ਆ ਰਹੇ ਆ, ਨਾਲ ਕੁਝ ਬੰਦੇ ਲੈ ਕੇ ਆਇਆ ਜੀ। ਉਹ ਪਤਾ ਲੱਗੇ ਵੀ ਕੋਈ ਬੰਦਾ ਹੈਗਾ ਜੀ ਇਹ। ਹਾਂਜੀ। ਸਭਨ ਦੇਖ ਕੈ ਸੀਸ ਨਿਵਾਏ। ਸਾਰਿਆਂ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਜਿਹੜੇ ਚੌਧਰੀ ਦੇ ਨਾਲ ਆਏ ਸਨ। ਉਹਨਾਂ ਆਉਂਦਿਆਂ ਹੀ ਪਹਿਲਾਂ ਮਹਾਰਾਜ ਜੀ ਦੇ ਦਰਸ਼ਨ ਕੀਤੇ, ਸੱਚੇ ਪਾਤਸ਼ਾਹ ਜੀ ਦੇ। ਆ ਕੇ ਦਰਸ਼ਨ ਕਰਕੇ ਸੀਸ ਨਵਾਇਆ ਪਹਿਲਾਂ ਆਉਂਦਿਆਂ ਹੀ। ਹਾਂਜੀ। ਤਿੰਨ ਮਹਿਮਾਨੀ ਜੋ ਸਰਦਾਰ। ਹਾਂਜੀ। ਨਹੀਂ ਪੰਗੂਰੇ ਦਿਸ ਪਗ ਧਾਰ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸਾਧ ਸੰਗਤ ਜੀ ਸਾਰੇ ਪ੍ਰੇਮੀ ਤੇ ਬੈਠ ਗਏ, ਪਰ ਉਹ ਜਿਹੜਾ ਚੌਧਰੀ ਸੀ ਨਾ, ਉਹਨੇ ਪੰਗੂੜੇ ਨੂੰ ਵੇਖ ਕੇ ਵੀ ਅਣਵੇਖਾ ਕਰ ਦਿੱਤਾ ਜੀ। ਪਤਾ ਕਿਉਂ? ਕਿਉਂਕਿ ਪੰਗੂੜਾ ਪਲੰਗੇ ਤੋਂ ਨੀਵਾਂ, ਪੰਗੂੜੇ ਦਾ ਭਾਵ ਪੀੜਾ ਜੀ, ਉਹ ਪਲੰਗੇ ਤੋਂ ਨੀਵਾਂ ਸੀਗਾ ਜੀ। ਤੇ ਹੋਵੇ ਚੌਧਰੀ ਤੇ ਨੀਵਾਂ ਬਵੇ ਜੀ, ਇਹ ਤੇ ਹੋ ਹੀ ਨਹੀਂ ਸਕਦਾ। ਅਸਲ ਵਿੱਚ ਚੌਧਰੀ ਪੁਣਾ ਨਾ ਜੀ ਕਿਤੇ ਨਾ ਕਿਤੇ ਸਾਰਿਆਂ ਦੇ ਮਨ 'ਚ ਵੜਿਆ ਜੀ, ਆਪਣੇ ਆਪ ਨੂੰ ਕੁਝ ਸਮਝਣ ਦਾ ਜੀ। ਹਾਂਜੀ। ਸ਼੍ਰੀ ਗੁਰ ਤਰੇ ਪ੍ਰਿਅੰਕ ਨਿਹਾਰਾ। ਉਹਨੇ ਸਿੱਧਾ ਮਹਾਰਾਜ ਜੀ ਦਾ ਪਲੰਗਾ ਵੇਖਿਆ ਜੀ, ਮਹਾਰਾਜ ਜੀ ਦਾ। ਹਾਂਜੀ। ਤਰੇ ਨਾ ਬੈਠੋ ਇਮ ਜੀਏ ਧਾਰਾ। ਤੇ ਸਾਧ ਸੰਗਤ ਉਹਨੇ ਵਿਚਾਰ ਕੀਤੀ, ਮੈਂ ਨੀਵੇਂ ਪੀੜੇ ਤੇ ਨਹੀਂ ਬੈਠਣਾ, ਮੈਂ ਉੱਚੇ ਪਲੰਗੇ ਤੇ ਬੈਠਣਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮੈਂ ਪਲੰਗੇ ਉੱਤੇ ਬੈਠਣਾ ਕਹਿਣ ਲੱਗਾ। ਹਾਂਜੀ। ਜਾਏ ਸਰਾਣੇ ਕੀ ਦਿਸ਼ ਬੈਠਾ। ਤੇ ਬਸ ਫਿਰ ਚਲੋ, ਜਿਸ ਤਖਤ ਤੇ ਪਲੰਗੇ ਤੇ ਮਹਾਰਾਜ ਗਰੀਬ ਨਵਾਜ ਬੈਠੇ ਆ, ਚਰਨਾਂ ਵਾਲੇ ਪਾਸੇ ਵੀ ਨਹੀਂ ਗਿਆ, ਸਰਾਣੇ ਵਾਲੇ ਪਾਸੇ ਜਾ ਕੇ ਬੈਠ ਗਿਆ ਜੀ। ਸਾਰੇ ਵੇਖਣ, ਕੋਈ ਅਦਬ ਨਹੀਂ, ਕੋਈ ਸਤਿਕਾਰ ਨਹੀਂ। ਹਾਂਜੀ। ਸਰਦਾਰੀ ਕੇ ਮਨ ਅਮੈਠਾ। ਮਹਾਰਾਜ ਗਰੀਬ ਨਵਾਜ ਜੀ ਨੂੰ ਵੀ ਪਤਾ ਤੇ ਸੰਗਤ ਨੂੰ ਵੀ ਪਤਾ ਲੱਗ ਗਿਆ, ਇਹਦੇ ਮਨ ਵਿੱਚ ਸਰਦਾਰੀ ਦਾ ਮਾਣ ਹੈਗਾ ਜੀ। ਨਾ ਮੱਥਾ ਟੇਕਿਆ, ਨਮਸਕਾਰ ਕੀਤੀ, ਤੇ ਨਾ ਹੀ ਇਹਨੇ ਨੀਵਾਂ ਬਹਿਣਾ ਮਨਜ਼ੂਰ ਕੀਤਾ। ਇਹ ਸਰਾਣੇ ਵਾਲੇ ਪਾਸੇ ਆ ਕੇ ਬੈਠ ਗਿਆ। ਸਰਾਣੇ ਵਾਲੇ ਪਾਸੇ ਵੱਡੇ ਬੰਦੇ ਨੂੰ ਬਿਠਾਉਂਦੇ ਜੀ, ਜਿਹੜਾ ਵੱਡਾ ਹੋਵੇ ਨਾ ਜੀ, ਉਹਨੂੰ ਸਰਾਣੇ ਵਾਲੇ ਪਾਸੇ ਬਿਠਾਉਂਦੇ ਸਤਿਕਾਰ ਨਾਲ, ਤੇ ਆਪੇ ਹੀ ਵੱਡਾ ਬਣਿਆ ਜੀ। ਹਾਂਜੀ। ਮੂਰਖ ਨਹਿ ਜਾਣੀ ਵਡਿਆਈ। ਕਵੀ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਇਹ ਮੂਰਖ ਸੀਗਾ, ਇਹਨੇ ਸੱਚੇ ਪਾਤਸ਼ਾਹ ਜੀ ਦੀ ਵੱਡੀ ਵਡਿਆਈ ਜਾਣੀ ਨਹੀਂ ਜੀ। ਹਾਂਜੀ। ਮੈਂ ਸਰਦਾਰ ਲਖੇ ਗਰਬਾਈ। ਉਲਟਾ ਆਪਣੇ ਮਨ ਵਿੱਚ ਇਹ ਸੋਚਦਾ, ਮੈਂ ਸਰਦਾਰ ਹੈਗਾ, ਮੈਂ ਸਰਦਾਰ ਹੈਗਾ, ਮੇਰੀ ਚੱਲਦੀ ਹੈ, ਮੈਂ ਵੱਡਾ। ਹਾਂਜੀ। ਸ਼੍ਰੀ ਗੁਰ ਪੇਖ ਤੂਸ਼ਨ ਹੀ ਠਾਨੀ। ਤੇ ਮਹਾਰਾਜ ਗਰੀਬ ਨਵਾਜ ਦਇਆ ਦੇ ਸਾਗਰ, ਮਹਾਰਾਜ ਨੇ ਕੁਝ ਨਹੀਂ ਆਖਿਆ ਜੀ। ਸੱਚੇ ਪਾਤਸ਼ਾਹ ਜੀ ਚੁੱਪ ਰਹੇ ਜੀ। ਹਾਂਜੀ। ਮੇਲੀ ਜਾਨ ਨਾ ਕਛੂ ਬਖਾਨੀ। ਪੁਰਾਣਾ ਮੇਲੀ ਹੈ, ਸੰਗੀ ਸਾਥੀ ਹੈ, ਇਹ ਗੱਲ ਆਪਣੇ ਮਨ ਵਿੱਚ ਜਾਣ ਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਕੋਈ ਬਚਨ ਨਹੀਂ ਕੀਤਾ, ਭਾਵੇਂ ਉਹਨੇ ਅਵੱਗਿਆ ਕੀਤੀ ਜੀ ਆ ਕੇ। ਹਾਂਜੀ। ਬੈਠ ਘਰੀ ਘਰ ਗਮਨਿਓ ਮੂੜ। ਥੋੜਾ ਸਮਾਂ ਬੈਠਾ, ਤੇ ਇਹੋ ਜਿਹੇ ਬੰਦੇ ਜਦੋਂ ਬਹਿੰਦੇ ਆ ਨਾ ਜੀ, ਉਹਨਾਂ ਦੀਆਂ ਗੱਲਾਂ ਹੀ ਦੱਸ ਦਿੰਦੀਆਂ ਨੇ ਵੀ ਉਹ ਕੀ ਨੇ ਜੀ। ਬੰਦਾ ਕੋਈ ਕਿਸੇ ਦੀ ਪੋਲ ਨਹੀਂ ਖੋਲ ਸਕਦਾ ਸੰਗਤ ਜੀ। ਬੰਦਿਆਂ ਦਾ ਆਪਣਾ ਮੂੰਹ ਹੀ ਉਹਦੀਆਂ ਪੋਲ ਖੋਲ ਦਿੰਦਾ ਜੀ, ਉਹਦੀ ਪੋਲ ਖੋਲ ਦਿੰਦਾ। ਜਦੋਂ ਬੰਦਾ ਬੈਠ ਕੇ ਆਪਣੀ ਹਉਮੈ ਹੰਕਾਰ ਦੀ ਗੱਲ ਕਰਨ ਲੱਗ ਪੈਂਦਾ, ਸਮਝ ਲਓ ਵੀ ਇਹਦੇ ਵਿੱਚ ਹੰਕਾਰ ਹੈਗਾ ਜੀ। ਉਹ ਕੁਝ ਸਮਾਂ ਤੇ ਬੈਠਾ ਤੇ ਹਉਮੈ ਹੰਕਾਰ ਦੀ ਬਾਤ ਸੁਣਾ ਕੇ, ਆਪਣੀ ਵਡਿਆਈ ਸੁਣਾ ਕੇ ਉੱਥੋਂ ਚਲੇ ਗਿਆ ਜੀ ਉਹ। ਹਾਂਜੀ। ਮਹਿਮਾ ਲਖੀ ਨਾ ਗੁਣ ਗਨ ਗੂੜ। ਮਹਾਰਾਜ ਗਰੀਬ ਨਵਾਜ ਸ੍ਰੀ ਗੁਰੂ ਅੰਗਦ ਦੇਵ ਸਾਹਿਬ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਜਿਹੜੇ ਹੈ ਹੀ ਗੁਣਾਂ ਦੇ ਭੰਡਾਰ, ਵੱਡੀ ਮਹਿਮਾ ਦੇ ਮਾਲਕ, ਪਰ ਉਸ ਚੌਧਰੀ ਨੇ ਗੁਰੂ ਜੀ ਦੀ ਮਹਿਮਾ ਮਨ ਵਿੱਚ ਲਿਆਂਦੀ ਨਹੀਂ ਬਿਲਕੁਲ ਵੀ।
ਹਾਂਜੀ। ਪੀਛੇ ਸਿੱਖਿਅਨ ਗੁਰ ਸੰਗ ਕਹਿਓ। ਚੌਧਰੀ ਤੇ ਚਲੇ ਗਿਆ, ਗੁਰਸਿੱਖਾਂ ਨੂੰ ਚੰਗਾ ਨਹੀਂ ਲੱਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰਸਿੱਖਾਂ ਨੂੰ ਕਿਵੇਂ ਚੰਗਾ ਲੱਗੇਗਾ? ਉਹਨਾਂ ਦੇ ਸਤਿਗੁਰੂ ਦੀ ਕੋਈ ਆ ਕੇ ਬਰਾਬਰੀ ਕਰੇ, ਗੁਰੂ ਦੇ ਸਿੱਖ ਨਹੀਂ ਬਰਦਾਸ਼ਤ ਕਰਦੇ ਜੀ। ਸਿੱਖ ਮਹਾਰਾਜ ਜੀ ਨੂੰ ਕਹਿਣ ਲੱਗੇ, ਹਾਂਜੀ, ਇਹੋ ਤੋ ਅਤ ਮੂਰਖ ਹੀ ਲਹਿਓ। ਸੱਚੇ ਪਾਤਸ਼ਾਹ ਇਹ ਤੇ ਬੜਾ ਮੂਰਖ ਬੰਦਾ ਹੈ ਮਹਾਰਾਜ, ਵੱਡਾ ਹੀ ਮੂਰਖ ਲੱਗਦਾ ਮਹਾਰਾਜ। ਹਾਂਜੀ। ਉਚਿਤ ਅਵਨ ਪਰ ਬੈਠਨ ਇਹਾਂ। ਮਹਾਰਾਜ ਆਪ ਜੀ ਨੇ ਸਗੋਂ ਪੀੜਾ ਦਿੱਤਾ ਬੈਠਣ ਵਾਸਤੇ ਇਹਨੂੰ। ਹਾਂਜੀ। ਪੁਨ ਨਾ ਪੰਗੂਰੇ ਕੀ ਦਿਸ ਲਾਹਾ। ਪਰ ਇਹਨੇ ਪੀੜੇ ਵੱਲ ਵੇਖਿਆ ਹੀ ਨਹੀਂ ਮਹਾਰਾਜ। ਹਾਂਜੀ। ਬਰਜਤ ਬਰਜਤ ਜਾਏ ਸਿਰਾਨੇ। ਸਾਡੇ ਰੋਕਦਿਆਂ ਵੀ ਇਹ ਮਹਾਰਾਜ ਤੁਹਾਡੇ ਸਰਾਣੇ ਵਾਲੇ ਪਾਸੇ ਆ ਕੇ ਬੈਠ ਗਿਆ। ਹਾਂਜੀ। ਬੈਠਿਓ ਕੁਛ ਨਾ ਅਦਾਇਬ ਜਾਣੇ। ਕੋਈ ਅਦਬ ਨਹੀਂ ਕੀਤਾ, ਕੋਈ ਸਤਿਕਾਰ ਨਹੀਂ ਕੀਤਾ, ਆ ਕੇ ਚੁੱਪ ਕਰਕੇ ਬੈਠ ਗਿਆ। ਗੱਜ ਕੇ ਆਖੋ ਵਾਹਿਗੁਰੂ। ਇੱਥੇ ਮੈਂ ਪਹਿਲਾਂ ਇੱਕ ਬਚਨ ਆਪ ਜੀ ਨੂੰ ਕਹਿ ਦਿਆਂ, ਸੰਗਤ ਜੀ, ਜਿੰਨਾ ਗੁਰੂ ਦਾ ਕੋਈ ਸਤਿਕਾਰ ਕਰੇਗਾ ਓਨਾ ਉਹਦਾ ਹੋਏਗਾ ਜੀ। ਜਿੰਨਾ ਕੋਈ ਮਹਾਰਾਜ ਦਾ ਸਤਿਕਾਰ ਨਹੀਂ ਕਰੇਗਾ ਉਹਦਾ ਵੀ ਨਹੀਂ ਹੋਏਗਾ ਜੀ। ਮਹਾਰਾਜ ਜੀ ਦੀ ਬਾਣੀ ਆਪਾਂ ਪੜ੍ਹਦੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਿੱਜੀ ਅਸਥਾਨ ਤੇ ਜਾਂਦੇ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਇਹਦਾ ਭਾਵ ਇਹ ਹੈ ਵੀ ਜਿਨ੍ਹਾਂ ਨੇ ਆਪਣੇ ਸਤਿਗੁਰੂ ਨੂੰ ਪੂਜਿਆ ਨਾ, ਉਹਨਾਂ ਦੀ ਰੱਬ ਨੇ ਵੀ ਪੂਜਾ ਕਰਾ ਦਿੱਤੀ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮੈਂ ਆਪ ਜੀ ਨਾਲ ਬੜੀ ਵਾਰੀ ਇੱਕ ਬਚਨ ਸਾਂਝਾ ਕੀਤਾ। ਮੈਨੂੰ ਗੁਰਬਾਣੀ ਪੜ੍ਹਾਉਣ ਵਾਲੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ, ਉਹ ਇਹ ਗੱਲ ਕਹਿੰਦੇ ਹੁੰਦੇ ਸੀ, ਜਿੰਨਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੋਗੇ ਓਨਾ ਤੁਹਾਡਾ ਹੋਏਗਾ। ਇਸ ਕਰਕੇ ਬਹੁਤੇ ਹੱਥ ਜੋੜੋ, ਨੀਵੇਂ ਹੋ ਕੇ ਨਮਸਕਾਰ ਕਰੋ, ਮਾਲਕ ਜਾਣੋ, ਪਰਮੇਸ਼ਰ ਜਾਣੋ ਗੁਰੂ ਗ੍ਰੰਥ ਸਾਹਿਬ ਜੀ ਨੂੰ, ਤੁਹਾਡੀ ਵੀ ਨਰਾਦਰੀ ਨਹੀਂ ਹੋਏਗੀ ਕਿਤੇ। ਕਹਿਣ ਲੱਗੇ ਮਹਾਰਾਜ ਅਦਬ ਹੀ ਨਹੀਂ ਜਾਣਿਆ, ਸਤਿਕਾਰ ਹੀ ਨਹੀਂ ਕੀਤਾ ਚੌਧਰੀ ਨੇ। ਹਾਂਜੀ। ਸੁਨ ਸ਼੍ਰੀ ਅੰਗਦ ਸਹਿਜ ਸੁਭਾਏ। ਤੇ ਧੰਨ ਗੁਰੂ ਅੰਗਦ ਦੇਵ ਸਾਹਿਬ, ਫਿਰ ਗੁਰੂ ਸਾਹਿਬ ਨੇ ਤੇ ਸਹਿਜ ਸੁਭਾਅ ਬਚਨ ਹੀ ਕਰਨਾ ਸੀਗਾ ਜੀ। ਹਾਂਜੀ। ਬਾਕ ਬਖਾਨਿਓ ਸਭਨ ਸੁਨਾਏ। ਮਹਾਰਾਜ ਗਰੀਬ ਨਵਾਜ ਜੀ ਨੇ ਸਹਿਜ ਸੁਭਾਅ ਬਚਨ ਕੀਤਾ ਸਾਰਿਆਂ ਨੂੰ ਸੁਣਾ ਕੇ। ਹਾਂਜੀ। ਪਲੰਗ ਪੰਗੂਰਾ ਕਛੂ ਨਾ ਰਹਿਓ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਪੀੜੇ ਤੇ ਨਹੀਂ ਬੈਠਿਆ, ਇਹ ਪਲੰਗ ਸਾਡਾ ਨਹੀਂ ਸੀ, ਇਹ ਗੁਰੂ ਨਾਨਕ ਸਾਹਿਬ ਜੀ ਦਾ ਆਸਣ ਹੈ, ਉਹਦੇ ਤੇ ਆ ਕੇ ਬੈਠਣ ਦਾ ਯਤਨ ਕੀਤਾ। ਮਹਾਰਾਜ ਕਹਿੰਦੇ ਨਾ ਪੀੜਾ ਰਹੇਗਾ ਨਾ ਪਲੰਗਾ ਹੀ ਰਹੇਗਾ ਜੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਵੇਖ ਲੋ, ਅਵੱਗਿਆ ਕਰਨ ਵਾਲਾ ਆਪਣੀ ਝੋਲੀ ਖਾਲੀ ਕਰਾ ਲੈਂਦਾ ਜੀ, ਸਤਿਕਾਰ ਕਰਨ ਵਾਲਾ ਆਪਣੀ ਝੋਲੀ ਭਰਾ ਲੈਂਦਾ ਜੀ। ਅਵੱਗਿਆ ਕੀਤੀ ਸਭ ਖਾਲੀ ਹੋ ਜਾਣਾ ਜੀ। ਮਹਾਰਾਜ ਕਹਿੰਦੇ ਹੁਣ ਨਾ ਪੀੜਾ ਰਹੇਗਾ ਨਾ ਪਲੰਗਾ ਰਹੇਗਾ। ਹਾਂਜੀ। ਅਬ ਤੇ ਇਨ ਕੋ ਸਭ ਕਿਛ ਦਹਿਓ। ਅੱਜ ਤੋਂ ਹੁਣ ਸਮਝੋ ਸਭ ਕੁਝ ਹੀ ਸੜ ਗਿਆ ਇਹਦਾ, ਪੀੜਾ ਵੀ ਤੇ ਪਲੰਗਾ ਵੀ। ਹਾਂਜੀ। ਕਰਨ ਬੇਅਦਬੀ ਵੱਡੀਆਂ ਨਕੇਰੀ। ਨਾਸ਼ ਦੇਤ ਕਰ ਵੱਡੇ ਹੋ ਵਡੇਰੀ। ਭਾਵੇਂ ਕੋਈ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਜਦੋਂ ਵੱਡੇ ਸਤਿਗੁਰੂ ਦੀ ਬੇਅਦਬੀ ਕਰਨ ਲੱਗਦਾ ਸਭ ਕੁਝ ਹੀ ਨਾਸ਼ ਹੋ ਜਾਂਦਾ ਉਹਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਸਭ ਕੁਝ ਨਾਸ਼ ਹੋ ਜਾਂਦਾ। ਗੁਰੂ ਸਾਹਿਬ ਨੇ ਬਚਨ ਕੀਤਾ। ਮਹਾਰਾਜ ਕਹਿੰਦੇ ਜਦੋਂ ਕੋਈ ਵੱਡਿਆਂ ਦੀ ਬੇਅਦਬੀ ਕਰਦਾ ਨਾ ਤੇ ਉਹਦਾ ਸਭ ਕੁਝ ਹੀ ਨਾਸ਼ ਹੋ ਜਾਂਦਾ ਜੀ। ਤੇ ਵੱਡਾ ਕੌਣ ਹੈ ਜੀ? ਸੋ ਵੱਡਾ ਜਿਨ ਰਾਮ ਲਿਵ ਲਾਈ, ਜਿਨੇ ਵਾਹਿਗੁਰੂ ਦੇ ਨਾਮ 'ਚ ਧਿਆਨ ਜੋੜਿਆ ਆਪਣਾ। ਹਾਂਜੀ। ਵੱਡਿਆਂ ਕਉ ਠਾਨ ਹੈ ਸਨਮਾਨਾ। ਜਿਹੜਾ ਤੇ ਵਾਹਿਗੁਰੂ ਦੇ ਪਿਆਰਿਆਂ ਦਾ, ਵੱਡਿਆਂ ਦਾ ਸਨਮਾਨ ਕਰਦਾ, ਇੱਜ਼ਤ ਕਰਦਾ। ਹਾਂਜੀ। ਸੋ ਜਾਣਹੁ ਇਹ ਹੋਏ ਮਹਾਨਾ। ਮਹਾਰਾਜ ਕਹਿੰਦੇ ਸਮਝੋ ਮਹਾਨ ਹੋ ਜਾਏਗਾ ਜੀ, ਉਹਦੀ ਇੱਜ਼ਤ ਵਧੇਗੀ, ਉਹਦਾ ਸਤਿਕਾਰ ਵਧੇਗਾ ਦੁਨੀਆ ਵਿੱਚ। ਹਾਂਜੀ। ਮੈਂ ਖੁਦ ਵੇਖਿਆ ਜੀ, ਜਿਨ੍ਹਾਂ ਨੇ ਰੱਬ ਦੇ ਪਿਆਰਿਆਂ ਨੂੰ ਬੁਰਾ ਬੋਲਿਆ ਨਾ ਜੀ, ਉਹਨਾਂ ਦਾ ਹਾਲ ਬੜਾ ਬੁਰਾ ਹੋਇਆ ਜੀ। ਤੇ ਮੈਂ ਉਹਨਾਂ ਨੂੰ ਵੀ ਵੇਖਿਆ ਤੇ ਆਪਣੀਆਂ ਇਹਨਾਂ ਅੱਖਾਂ ਨਾਲ
ਜਿਨ੍ਹਾਂ ਨੇ ਰੱਬ ਦੇ ਪਿਆਰਿਆਂ ਦਾ ਤੇ ਗੁਰੂ ਸਾਹਿਬ ਦਾ ਸਤਿਕਾਰ ਕੀਤਾ, ਸਿਖਰਾਂ ਤੇ ਪਹੁੰਚ ਗਏ ਜੀ। ਉਹ ਜੀ ਸਿਖਰਾਂ ਤੇ ਪਹੁੰਚ ਗਏ, ਪਹੁੰਚਦੇ ਆ। ਹਾਂਜੀ, ਤਬ ਤੇ ਘਟਤ ਘਟਤ ਘਟ ਗਏ। ਬਸ ਜੀ ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਕਹਿੰਦੇ ਉਸ ਦਿਨ ਤੋਂ ਪ੍ਰਤਾਪ ਘਟਣਾ ਸ਼ੁਰੂ ਹੋ ਗਿਆ ਜੀ ਚੌਧਰੀ ਦਾ ਜੀ। ਚੌਧਰੀ ਦਾ ਚੌਧਰੀਪੁਣਾ ਹੌਲੀ ਹੌਲੀ ਮਿਟਣਾ ਸ਼ੁਰੂ ਹੋ ਗਿਆ ਜੀ। ਹਾਂਜੀ, ਨਹਿ ਉਕਸੇ ਸੋ ਬਿਨਾਸੀ ਭਏ। ਵਾਹਿਗੁਰੂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਮੁੜ ਤਰੱਕੀ ਨਾ ਹੋ ਸਕੀ ਜੀ ਉਹਦੀ ਜੀ, ਤਰੱਕੀ ਨਾ ਹੋ ਸਕੀ ਤੇ ਜਿਹੜੀ ਪਹਿਲੀ ਤਰੱਕੀ ਸੀ ਉਹ ਵੀ ਨਾਸ਼ ਹੋ ਗਈ ਜੀ, ਉਹ ਵੀ ਨਾਸ਼ ਹੋ ਗਈ ਜੀ। ਹਾਂਜੀ, ਇਸ ਪ੍ਰਕਾਰ ਗੁਰ ਫੇਰਾ ਪਾਏ। ਹੁਣ ਇਸ ਤਰੀਕੇ ਨਾਲ ਮਹਾਰਾਜ ਨੇ ਹਰੀਕੇ ਪਿੰਡ ਵਿੱਚ ਫੇਰਾ ਪਾਇਆ ਜੀ। ਹਾਂਜੀ, ਬਹੁਰ ਖਡੂਰ ਬਿਰਾਜੇ ਆਏ। ਫਿਰ ਮਹਾਰਾਜ ਖਡੂਰ ਸਾਹਿਬ ਆ ਗਏ ਜੀ। ਹੁਣ ਇਸ ਫੇਰੀ ਵਿੱਚ ਸੰਗਤ ਜੀ ਜਿਨ੍ਹਾਂ ਨੇ ਸਤਿਗੁਰੂ ਦਾ ਸਤਿਕਾਰ ਕੀਤਾ ਉਹ ਤੇ ਵੱਡੀ ਉਹਨਾਂ ਨੇ ਝੋਲੀਆਂ ਭਰਾ ਲੀਆਂ, ਜਿਹਨੇ ਨਰਾਦਰੀ ਕੀਤਾ ਉਹ ਪਹਿਲਾਂ ਵੀ ਗਵਾ ਬੈਠਾ ਜੀ। ਜਿਹੜੀਆਂ ਸੰਗਤਾਂ ਨੇ ਲੜੀਵਾਰ ਕਥਾ ਸੁਣੀ ਹੈ ਉਹਨਾਂ ਇੱਕ ਬਚਨ ਸੁਣਿਆ ਹੋਏਗਾ, ਜਦੋਂ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਭਾਈ ਲਹਿਣਾ ਜੀ ਦੇ ਰੂਪ ਵਿੱਚ ਸਨ ਤੇ 2-3 ਸਾਲਾਂ ਬਾਅਦ ਸੇਵਾ ਤੋਂ ਬਾਅਦ ਘਰ ਗਏ ਜੀ। ਤੇ ਖਡੂਰ ਸਾਹਿਬ ਦਾ ਨਾ ਇੱਕ ਚੌਧਰੀ ਸਰਦਾਰ ਸੀਗਾ, ਬੜਾ ਮੰਨਿਆ ਪਰਮੰਨਿਆ। ਉਹਨੂੰ ਪਤਾ ਲੱਗਾ ਵੀ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕਰਕੇ ਆਏ ਆ। ਚੌਧਰੀ ਸਤਿਕਾਰ ਮਹਾਰਾਜ ਬੈਠੇ ਆ, ਪ੍ਰੇਮੀ ਵੀ ਆਏ ਆ, ਅਜੇ ਗੁਰਤਾ ਗੱਦੀ ਤੇ ਨਹੀਂ ਸੀ ਬਿਰਾਜਮਾਨ ਹੋਏ। ਉਹ ਚੌਧਰੀ ਸਰਦਾਰ ਆਇਆ, ਮਹਾਰਾਜ ਉੱਠ ਕੇ ਖਲੋ ਗਏ ਤੇ ਗਲਵੱਕੜੀ ਚ ਲੈਣ ਲੱਗੇ। ਉਹਨੇ ਗਲਵੱਕੜੀ ਵੱਲ ਨਹੀਂ ਹੋਇਆ, ਉਹ ਮਹਾਰਾਜ ਦੇ ਚਰਨਾਂ ਤੇ ਡਿੱਗ ਗਿਆ ਜੀ। ਮਹਾਰਾਜ ਕਹਿਣ ਲੱਗੇ ਤੁਸੀਂ ਤੇ ਵੱਡੇ ਹੋ, ਤੁਹਾਡਾ ਤੇ ਸਨਮਾਨ ਹੈ ਸਾਰੇ ਨਗਰ ਵਿੱਚ। ਤੇ ਉਹ ਚੌਧਰੀ ਹੱਥ ਜੋੜ ਕੇ ਪਤਾ ਕੀ ਕਹਿਣ ਲੱਗਾ? ਕਹਿਣ ਲੱਗਾ ਜੀ ਵੱਡਾ ਮੈਂ ਨਹੀਂ ਹੈਗਾ, ਇਸ ਸੰਸਾਰ 'ਚ ਸਭ ਤੋਂ ਵੱਡੇ ਗੁਰੂ ਨਾਨਕ ਸਾਹਿਬ, ਤੇ ਗੁਰੂ ਨਾਨਕ ਸਾਹਿਬ ਦੀ ਤੁਸੀਂ ਸੇਵਾ ਕਰਦੇ ਜੇ, ਮੇਰੇ ਲਈ ਤੁਸੀਂ ਵੀ ਗੁਰੂ ਨਾਨਕ ਸਾਹਿਬ ਦਾ ਰੂਪ ਹੋ। ਮੈਂ ਤੇ ਤੁਹਾਡੀ ਸੇਵਾ ਕਰਕੇ ਜਨਮ ਸਫਲਾ ਕਰਨਾ ਜੀ। ਤੇ ਮਹਾਰਾਜ ਅਜੇ ਉਹ ਸੇਵਕ ਸਨ। ਸਤਿਗੁਰੂ ਜੀ ਨੇ ਬਚਨ ਪਤਾ ਕੀ ਕੀਤਾ? ਮਹਾਰਾਜ ਕਹਿੰਦੇ ਚੌਧਰੀ ਤੂੰ ਨਿਹਾਲ ਹੋਇਓ। ਹੈ ਤੇ ਉਹ ਵੀ ਚੌਧਰੀ ਸੀ, ਉਹਨੇ ਸਤਿਕਾਰ ਕੀਤਾ, ਉਹ ਨਿਹਾਲ ਹੋ ਗਿਆ। ਇਹਨੇ ਬੇਅਦਬੀ ਕੀਤੀ, ਖਤਮ ਹੀ ਹੋ ਗਿਆ ਜੀ। ਵੱਡਿਆਂ ਦੀ ਵਡਿਆਈ ਕਰੋ, ਵੱਡੇ ਕੀ ਵੱਡੀ ਵਡਿਆਈ, ਵੱਡੇ ਦੀ ਵੱਡੀ ਵਡਿਆਈ ਕਰੋਗੇ ਬਹੁਤ ਕੁਝ ਮਿਲੇਗਾ। ਇਸ ਤਰੀਕੇ ਨਾਲ ਮਹਾਰਾਜ ਨੇ ਫੇਰਾ ਪਾਇਆ। ਉਸ ਫੇਰੇ 'ਚ ਕਈਆਂ ਬਖਸ਼ਿਸ਼ਾਂ ਲੈ ਲਈਆਂ ਤੇ ਚੌਧਰੀ ਨੇ ਰਹਿੰਦਾ ਖੁੰਦਾ ਵੀ ਗਵਾ ਲਿਆ ਜੀ। ਹਾਂਜੀ, ਸ਼੍ਰੀ ਅੰਗਦ ਨਿਤ ਬੇਪਰਵਾਹ। ਕਵੀ ਜੀ ਲਿਖਦੇ, ਕਹਿੰਦੇ ਮਹਾਰਾਜ ਤੇ ਬੇਪਰਵਾਹ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ। ਹਾਂਜੀ, ਮੀਰ ਕਮਲ ਸਮ ਲੇਪਨਾ ਕਾਹੇ। ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਹੁੰਦਾ ਪਰ ਨਿਰਲੇਪ ਹੁੰਦਾ, ਚਿੱਕੜ ਵਿੱਚ ਰਹਿ ਕੇ ਵੀ ਮਹਾਰਾਜ ਨਿਰਲੇਪ ਹਨ। ਹਾਂਜੀ, ਬੁਰੀ ਭਲੀ ਕੁਛ ਸੁਨਹਿ ਨਾ ਕਹੈ। ਨਾ ਬੁਰਾ ਭਲਾ ਕਿਸੇ ਨੂੰ ਕਹਿੰਦੇ ਮਹਾਰਾਜ ਤੇ ਨਾ ਸੁਣਦੇ ਜੀ। ਹਾਂਜੀ, ਅੱਜ ਸਾਰਾ ਜ਼ੋਰ ਲਾਇਆ ਬੰਦੇ ਨੇ ਜੀ, ਸਾਰਾ ਜ਼ੋਰ ਲਾਇਆ ਵੀ ਫਲਾਣਾ ਮੇਰੇ ਅੱਗੇ ਬੋਲਦਾ ਨਹੀਂ ਸਹੀ ਤੇ ਮੈਂ ਕੱਢ ਸੁੱਟਣਾ ਉਹਨੂੰ ਜੀ। ਹਾਂਜੀ, ਪਰ ਪਿਆਰਿਓ ਮਹਾਰਾਜ ਦਾ ਸੁਭਾਅ ਬੜਾ ਉੱਤਮ ਆ। ਹਾਂਜੀ, ਆਪਣੇ ਪਰਚੇ ਮਹਿ ਨਿਤ ਰਹੈ। ਸਦਾ ਆਪਣੇ ਆਪ 'ਚ ਹੀ ਪਰਚੇ ਰਹਿੰਦੇ ਮਹਾਰਾਜ। ਇਹ ਗੁਣ ਨੇ ਜੀ, ਇਸੇ ਕਰਕੇ ਜਿਹੜਾ ਇਸ ਕਥਾ ਨੂੰ ਸੁਣੇਗਾ ਉਹਦੇ 'ਚ ਗੁਣ ਆਉਣਗੇ ਇਹੋ ਜਿਹੇ। ਆਪਣੇ ਆਪ 'ਚ ਪਰਚੇ ਰਹਿੰਦੇ, ਭਾਵ ਵਾਹਿਗੁਰੂ ਦੇ ਨਾਮ 'ਚ ਲੀਨ ਰਹਿੰਦੇ ਮਹਾਰਾਜ। ਹਾਂਜੀ, ਆਸ਼ਰਮ ਬਰਨ ਰੀਤ ਜੋ ਤਰਹੀ, ਸੋ ਗੁਰ ਸੰਗਤ ਕੋ ਨਹਿ ਕਰਹੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਿਹੜੇ ਹੋਰ ਰੀਤੀਆਂ ਮਰਜ਼ਾਦਾਵਾਂ ਧਾਰਨ ਕਰਦੇ ਆ ਉਹ ਫਿਰ ਸੰਗਤ ਵਿੱਚ ਨਹੀਂ ਰਲ ਪਾਉਂਦੇ ਜੀ। ਸੰਗਤ ਵਿੱਚ ਤੇ ਨੀਵੇਂ ਹੋ ਕੇ ਰਲਣਾ ਪੈਂਦਾ ਜੀ। ਹਾਂਜੀ, ਇੱਕ ਸਮਾਨ ਆਸ਼ਰਮ ਅਰ ਧਰਮ,
ਸ਼੍ਰੀ ਗੁਰ ਕੇ ਇਨ ਕੇ ਨਹਿ ਭਰਮ। ਮਹਾਰਾਜ ਗਰੀਬ ਨਵਾਜ ਇੱਕ ਸਮਾਨ ਧਰਮ ਨੂੰ ਮੰਨਦੇ, ਵੱਖਰੇ ਆਸ਼ਰਮ ਨਹੀਂ ਵੀ ਬਾਣਪ੍ਰਸਤ ਹੋ ਜਾਓ, ਇਸ ਤਰ੍ਹਾਂ ਹੋ ਜਾਓ, ਨਹੀਂ, ਇੱਕ ਸਮਾਨ ਧਰਮ ਜਾਣਦੇ ਜੀ। ਇਸੇ ਤਰੀਕੇ ਨਾਲ ਮਹਾਰਾਜ ਨਿਰਵਾਹ ਕਰਦੇ ਜੀ ਵੀ ਗ੍ਰਸਤੀ ਵਿੱਚ ਰਹੋ ਤੇ ਵਾਹਿਗੁਰੂ ਦਾ ਨਾਮ ਜਪੋ। ਹਾਂਜੀ। ਮਾਟੀ ਕੇ ਬਾਸਨ ਕੋ ਦੇਖ, ਮਿਲਹਿ ਨ ਕਰਮ ਜੋ ਕਰਤ ਵਿਸ਼ੇਖ। ਹਾਂਜੀ। ਪ੍ਰੇਮ ਭਗਤ ਪਰਮੇਸ਼ੁਰ ਕੇਰੀ, ਹਾਂਜੀ। ਉਪਦੇਸ ਹੈ ਇਹ ਮਨੁੱਖ ਬਡੇਰੀ। ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਸਾਂਝਾ ਲੰਗਰ ਚੱਲਦਾ, ਪੰਗਤ ਚੱਲਦੀ, ਮਿੱਟੀ ਦੇ ਬਰਤਨ ਚੱਲਦੇ ਆ। ਕਰਮਕਾਂਡੀ ਆ ਕੇ ਨਹੀਂ ਛਕਦੇ ਜੀ। ਉਹ ਕਹਿੰਦੇ ਇਹ ਸੁੱਚੇ ਨਹੀਂ ਹੈਗੇ, ਇਹ ਇਸ ਤਰ੍ਹਾਂ ਹੈ, ਉਸ ਤਰ੍ਹਾਂ ਹੈ। ਮਹਾਰਾਜ ਕਿਸੇ ਦੀ ਵੀ ਪਰਵਾਹ ਨਹੀਂ ਕਰਦੇ ਜੀ। ਇਹ ਤੇ ਸੰਗਤ ਜੀ ਭਾਗ ਨੇ, ਜਿਹੜਾ ਸੰਗਤ ਵਿੱਚ ਆਏਗਾ ਉਹਦੇ ਭਾਗ ਉੱਤਮ ਹੋ ਜਾਣਗੇ। ਹਾਂਜੀ। ਲੋਕ ਬੇਦ ਕੁਲ ਕਰਮ ਪ੍ਰਚਾਰਾ, ਕਰਹਿ ਨਹੀਂ ਅਰ ਭੈ ਨਹਿ ਧਾਰਾ। ਲੋਕ ਕਰਮ ਕਾਂਡਾਂ ਦਾ ਪ੍ਰਚਾਰ ਕਰਦੇ ਆ ਪਰ ਮਹਾਰਾਜ ਨਹੀਂ ਕਰਦੇ ਜੀ। ਮਹਾਰਾਜ ਇਹੋ ਜਿਹੇ ਕਿਸੇ ਵੀ ਕਰਮ ਧਰਮ ਵਿੱਚ ਵਿਸ਼ਵਾਸ ਨਹੀਂ ਸੀ ਰੱਖਦੇ ਜੀ। ਕਿਸ ਕੰਮ 'ਚ ਵਿਸ਼ਵਾਸ ਹੈ? ਸਭ ਤੋਂ ਵੱਡਾ ਵਾਹਿਗੁਰੂ ਦਾ ਨਾਮ ਹੈ, ਨਾਮ 'ਚ ਵਿਸ਼ਵਾਸ ਹੈ। ਹਾਂਜੀ। ਜਾਂ ਤੇ ਲੋਕ ਸਮੀਪ ਨਾ ਆਵੈ, ਦੇਖ ਦੂਰ ਤੇ ਸੀਸ ਨਿਵਾਵੈ। ਇਸ ਕਰਕੇ ਸੰਗਤ ਜੀ ਕੁਝ ਕਰਮਕਾਂਡੀ ਲੋਕ ਦੂਰੋਂ ਹੀ ਮੱਥਾ ਟੇਕ ਕੇ ਮਹਾਰਾਜ ਨੂੰ ਜਾਂਦੇ ਸੀ, ਨੇੜੇ ਨਹੀਂ ਆਉਂਦੇ ਜੀ। ਵੀ ਵੇਖੋ ਇਹ ਤੇ ਗ੍ਰਸਤੀ ਹਨ, ਇਸ ਤਰ੍ਹਾਂ ਹਨ। ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀਗੇ। ਗੱਲਾਂ ਕਰਨ ਵਾਲੇ ਤੇ ਗੁਰੂ ਸਾਹਿਬ ਜੀ ਨੂੰ ਨਹੀਂ ਛੱਡਦੇ ਜੀ। ਹਾਂਜੀ। ਸੰਗਤ ਕਰਹਿ ਨਾ ਬੈਠਹਿ ਪਾਸ। ਉਹ ਨਾ ਸੰਗਤ ਕਰਦੇ ਸੀਗੇ ਤੇ ਨਾ ਮਹਾਰਾਜ ਦੇ ਕੋਲ ਆਉਂਦੇ ਸੀਗੇ ਜੀ। ਹਾਂਜੀ। ਸੁਨਹਿ ਨਾ ਬਚਨ ਭਾਗ ਘਟ ਜਾਸ। ਕਿਉਂ? ਉਹਨਾਂ ਦੇ ਭਾਗ ਘੱਟ ਸੀਗੇ ਜੀ, ਉਹਨਾਂ ਦੀ ਕਿਸਮਤ ਨਹੀਂ ਸੀ ਚੰਗੀ ਜੀ। ਇਸ ਕਰਕੇ ਉਹ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਨਹੀਂ ਸੀ ਆਉਂਦੇ ਹੁੰਦੇ। ਸ਼੍ਰੀ ਨਾਨਕ ਕੀ ਸੰਗਤ ਜੇਈ, ਦੂਰ ਦੂਰ ਤੇ ਆਵਹਿ ਤੇਈ। ਵਾਹ ਵਾਹ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਪਰ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਸੰਗਤ ਹੈ, ਗੁਰੂ ਘਰ ਨਾਲ ਪਿਆਰ ਕਰਨ ਵਾਲੀ ਸੰਗਤ ਜਿਹੜੀ ਹੈ, ਉਹ ਤੇ ਦੂਰੋਂ ਦੂਰੋਂ ਵੀ ਆ ਕੇ ਪਹੁੰਚ ਜਾਂਦੀ ਨਮਸਕਾਰ ਕਰਨ। ਤੇ ਕਰਮਕਾਂਡੀ ਨੇੜੇ ਹੋ ਕੇ ਵੀ ਤਰੱਕੀ ਨਹੀਂ ਕਰ ਪਾਏ ਜੀ। ਹਾਂਜੀ। ਦਰਸ਼ਨ ਪਰਸਹਿ ਬਾਂਛਤ ਪਾਵੈ। ਉਹ ਸੰਗਤਾਂ ਤੇ ਦੂਰੋਂ ਦੂਰੋਂ ਆਉਂਦੀਆਂ, ਦੇਸ਼ਾਂ ਵਿਦੇਸ਼ਾਂ ਚੋਂ ਆ ਕੇ ਮਹਾਰਾਜ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਸ਼ਨ ਪਰਸੇ ਆ ਗੁਰੂ ਕੈ। ਉਹ ਤੇ ਦਰਸ਼ਨ ਕਰਦੀਆਂ, ਦੁੱਖ ਦੂਰ ਹੁੰਦੇ, ਮਨ ਇੱਛੇ ਫਲ ਲੈਂਦੀਆਂ ਸੰਗਤਾਂ। ਹਾਂਜੀ। ਬਹੁਰ ਆਪਨੇ ਸਦਨ ਸਿਧਾਵੈ। ਤੇ ਫਿਰ ਆਪਣੇ ਸਦਨ ਘਰਾਂ ਨੂੰ ਜਾਂਦੀਆਂ ਸੰਗਤਾਂ ਦਰਸ਼ਨ ਕਰਕੇ ਸੁੱਖ ਲੈ ਕੇ। ਉਤੋ ਚੌਧਰੀ ਤਿਸੇ ਗਰਾਊ। ਤੇ ਖਡੂਰ ਸਾਹਿਬ ਵਿੱਚ ਵੀ ਇੱਕ ਚੌਧਰੀ ਰਹਿੰਦਾ ਸੀਗਾ ਜੀ। ਇੱਕ ਤੇ ਬਹੁਤ ਚੰਗਾ ਸੀਗਾ ਨਾ ਜੀ, ਜਿਹਦੀ ਬਚਨ ਸੁਣਿਆ। ਇੱਕ ਹਰੀਕੇ ਦਾ, ਇੱਕ ਹੋਰ ਚੌਧਰੀ ਦਾ ਬਚਨ ਸੁਣ ਲਓ ਜੀ। ਹਾਂਜੀ। ਭਾਉ ਭਗਤ ਕੋ ਲਖੇ ਨਾ ਨਾਊ। ਉਹ ਕੀ ਕਰਦਾ ਸੀਗਾ ਜੀ? ਉਹ ਕੋਈ ਪ੍ਰੇਮਾ ਭਗਤੀ ਨਹੀਂ ਉਹਨੇ ਕਰਨੀ ਜੀ, ਕੋਈ ਪਰਮੇਸ਼ਰ ਨਾਲ ਪਿਆਰ ਨਹੀਂ ਉਹਦਾ। ਹਾਂਜੀ। ਨੇਤਾ ਪ੍ਰਤੀ ਬਹੁਤੋ ਮਦ ਪਾਨੀ। ਤੇ ਉਹਨੇ ਪਤਾ ਕੀ ਕਰਨਾ ਜੀ? ਰੋਜ਼ ਹੀ ਸ਼ਰਾਬ ਪੀਣੀ ਜੀ, ਹਰ ਰੋਜ਼ ਹੀ ਸ਼ਰਾਬ ਪੀਣੀ। ਹੁਣ ਵੀ ਬੜੇ ਬੰਦੇ ਐਸੇ ਜੀ। ਹਾਂਜੀ। ਸਭ ਕੋ ਬਕਹਿ ਖੋਟ ਵੱਡ ਬਾਨੀ। ਤੇ ਸ਼ਰਾਬ ਪੀ ਕੇ ਤੇ ਫਿਰ ਸ਼ਰਾਬੀ ਕੀ ਕਰਦੇ ਹੁੰਦੇ ਭਲਾ? ਗਾਲਾਂ ਕੱਢਦੇ ਹੁੰਦੇ ਜੀ। ਉਹ ਵੀ ਗਾਲਾਂ ਕੱਢਦਾ, ਸਾਰਿਆਂ ਨੂੰ ਮਾੜਾ ਬੋਲਦਾ। ਇੱਕ ਗੱਲ ਚੇਤਾ ਰੱਖਿਓ, ਸ਼ਰਾਬੀ ਵਿੱਚ ਤੇ ਹੰਕਾਰੀ 'ਚ ਫਰਕ ਕੋਈ ਨਹੀਂ ਹੈਗਾ ਜੀ। ਉਹਨੂੰ ਸ਼ਰਾਬ ਦਾ ਨਸ਼ਾ, ਉਹਨੂੰ ਹੰਕਾਰ ਦਾ ਨਸ਼ਾ ਜੀ। ਜਿਵੇਂ ਸ਼ਰਾਬੀ ਸ਼ਰਾਬ ਪੀ ਕੇ ਮਾੜੇ ਬੋਲ ਬੋਲਦਾ ਨਾ ਜੀ ਸਾਰਿਆਂ ਨੂੰ, ਉਵੇਂ ਹਉਮੈ ਵਾਲਾ ਬੰਦਾ ਹਉਮੈ ਦੇ ਨਸ਼ੇ ਵਿੱਚ ਮਾੜੇ ਬੋਲ ਬੋਲੀ ਜਾਂਦਾ ਜੀ। ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਣਾ ਚੀਤ ਨਾ ਆਵੈ। ਸ਼ਰਾਬੀ ਸੀਗਾ, ਬੜੇ ਮਾੜੇ ਬੋਲ ਬੋਲਦਾ ਹੁੰਦਾ ਸੀ ਸਭ ਨੂੰ। ਹਾਂਜੀ। ਮਿਰਗੀ ਰੋਗ ਹੁਤੋ ਤਿਸ ਭਾਰੀ। ਤੇ ਫਿਰ ਇੱਕ ਰੋਗ ਵੀ ਸੀਗਾ ਜੀ ਉਹਨੂੰ, ਮਿਰਗੀ ਦਾ ਜੀ।
ਹਾਂਜੀ। ਵਿਆਕੁਲ ਕਰਹਿ ਉਠੇ ਜਿਸ ਬਾਰੀ। ਉਹ ਜਦੋਂ ਮਿਰਗੀ ਪੈਂਦੀ ਸੀ ਨਾ ਉਹਨੂੰ ਬੜਾ ਵਿਆਕੁਲ ਕਰਦੀ ਸੀ, ਤੜਪਾ ਦਿੰਦੀ ਸੀ ਪੂਰਾ ਜੀ। ਹਾਂਜੀ। ਏਕ ਦਿਵਸ ਤਿਸ ਕੇ ਮਨ ਆਈ। ਉਹ ਇੱਕ ਦਿਨ ਉਸ ਚੌਧਰੀ ਦੇ ਮਨ ਵਿੱਚ ਗੱਲ ਆਈ ਜੀ। ਹਾਂਜੀ। ਸੁਨ ਪਿਖ ਸ਼੍ਰੀ ਅੰਗਦ ਵਡਿਆਈ। ਵੀ ਮਹਾਰਾਜ ਦੀ ਬੜੀ ਵਡਿਆਈ ਸੁਣੀ ਹੈ, ਗੁਰੂ ਅੰਗਦ ਦੇਵ ਮਹਾਰਾਜ ਜੀ ਦੀ। ਹਾਂਜੀ। ਤਬ ਸਮੀਪ ਗੁਰ ਕੇ ਚੱਲ ਆਇਓ। ਉਹ ਫਿਰ ਨਾ ਜੀ ਚੌਧਰੀ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ ਚੱਲ ਕੇ ਜੀ। ਹਾਂਜੀ। ਆਪਨੋ ਸਰਬ ਬਿਰਤਾਂਤ ਸੁਨਾਇਓ। ਆ ਕੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ। ਮਹਾਰਾਜ ਕਹਿੰਦੇ ਆਓ ਚੌਧਰੀ ਜੀ। ਉਹਨੇ ਆ ਕੇ ਆਪਣੀ ਗੱਲ ਦੱਸੀ ਮਹਾਰਾਜ ਨੂੰ। ਹਾਂਜੀ। ਆਪ ਤਪਾ ਜੀ ਪਰਮ ਕਿਰਪਾਲ। ਹੇ ਸੱਚੇ ਪਾਤਸ਼ਾਹ ਗਰੀਬ ਨਵਾਜ, ਮਹਾਰਾਜ ਤੁਸੀਂ ਬੜੇ ਕਿਰਪਾਲੂ ਹੋ, ਮੈਂ ਤੁਹਾਡਾ ਜਸ ਬੜਾ ਸੁਣਿਆ ਮਹਾਰਾਜ। ਹਾਂਜੀ। ਸਭ ਭਾਖੈ ਤੁਮ ਸੋ ਜਸ ਵਿਸਾਲ। ਲੋਕ ਤੁਹਾਡਾ ਜਸ ਬੜਾ ਕਰਦੇ ਮਹਾਰਾਜ। ਲੋਕ ਕਹਿੰਦੇ ਤੁਹਾਡੇ ਵਿੱਚ ਬੜੀ ਵੱਡੀ ਵਡਿਆਈ। ਮੈਂ ਕਦੀ ਨਹੀਂ ਆਇਆ ਤੁਹਾਡੇ ਕੋਲ ਮਹਾਰਾਜ, ਪਹਿਲੀ ਵਾਰੀ ਆਇਆ। ਹਾਂਜੀ। ਰੋਗ ਅਧਿਕ ਮੇਰੇ ਤਨ ਮਾਹੀ। ਹੇ ਸੱਚੇ ਪਾਤਸ਼ਾਹ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਮੇਰੇ ਸਰੀਰ ਨੂੰ ਇੱਕ ਰੋਗ ਲੱਗਾ। ਹਾਂਜੀ। ਕਰਹੋ ਕਿਰਪਾ ਜਿਮ ਇਹੋ ਮਿਟ ਜਾਹੀ। ਤੇ ਮੇਰੇ ਤੇ ਮਿਹਰ ਕਰ ਦਿਓ ਤੇ ਰੋਗ ਮਿਟ ਜਾਵੇ ਮੇਰਾ। ਹਾਂਜੀ। ਤਬ ਪ੍ਰਤੀਤ ਉਰ ਮੋਹ ਕਹੋ ਆਵੈ। ਫਿਰ ਮੈਨੂੰ ਵਿਸ਼ਵਾਸ ਆਏਗਾ ਵੀ ਲੋਕ ਜਿਹੜੇ ਬਚਨ ਕਰਦੇ ਸੱਚ ਕਰਦੇ ਆ। ਹਾਂਜੀ। ਜਿਮ ਇਹੋ ਕੀਰਤ ਬ੍ਰਿੰਦ ਸੁਨਾਵੈ। ਵੀ ਤੁਹਾਡੀ ਜਿਹੜੀ ਕੀਰਤੀ ਹੈ, ਜਸ ਹੈ, ਉਹ ਸੱਚਾ ਹੈ। ਕਈ ਬੰਦੇ ਜਿੰਨਾ ਚਿਰ ਤੱਕ ਕੁਝ ਵੇਖ ਨਾ ਲੈਣ ਉਹਨਾਂ ਚਿਰ ਤੱਕ ਭਰੋਸਾ ਨਹੀਂ ਕਰਦੇ ਜੀ। ਤੇ ਕਈਆਂ ਦੇ ਭਾਗ ਇੰਨੇ ਮਾੜੇ ਜੀ, ਉਹ ਵੇਖ ਕੇ ਵੀ ਭਰੋਸਾ ਨਹੀਂ ਕਰਦੇ ਜੀ। ਹਾਂਜੀ। ਸੁਨ ਕਿਰਪਾਲ ਇਹੋ ਬਾਕ ਬਖਾਨਾ। ਮਹਾਰਾਜ ਕਿਰਪਾਲੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਜਦੋਂ ਸੁਣਿਆ, ਮਹਾਰਾਜ ਨੇ ਫਿਰ ਚੌਧਰੀ ਨੂੰ ਬਚਨ ਕੀਤਾ, ਜੇਕਰ ਤਿਆਗ ਦੇਹ ਮਦ ਪਾਨਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਮਹਾਰਾਜ ਨੇ ਉਹਦਾ ਭਲਾ ਹੀ ਕਰਨਾ ਹੈਗਾ ਜੀ। ਮਹਾਰਾਜ ਕਹਿੰਦੇ ਚੌਧਰੀ ਜੇ ਤੂੰ ਸ਼ਰਾਬ ਪੀਣੀ ਛੱਡ ਦਵੇਂ, ਮਹਾਰਾਜ ਕਹਿੰਦੇ ਹਾਂਜੀ, ਮਿਰਗੀ ਬਹੁਰ ਨਾ ਉਠੇ ਕਦਾਈ। ਫਿਰ ਤੈਨੂੰ ਮਿਰਗੀ ਨਹੀਂ ਉੱਠੇਗੀ। ਜੇ ਤੂੰ ਸ਼ਰਾਬ ਪੀਣੀ ਛੱਡ ਦੇਗਾ ਨਾ ਫਿਰ ਮਿਰਗੀ ਨਹੀਂ ਪਏਗੀ। ਹਾਂਜੀ। ਤਨ ਅਰੋਗ ਤੇਰੋ ਹੋਏ ਜਾਈ। ਤੇ ਤੇਰਾ ਸਰੀਰ ਅਰੋਗੀ ਹੋ ਜਾਏਗਾ ਜੀ। ਸ਼ਰਾਬ ਨੇ ਤੇ ਰੋਗ ਪੈਦਾ ਕਰਨਾ ਹੀ ਕਰਨਾ ਜੀ। ਤੇਰੇ ਸਰੀਰ ਵਿੱਚ ਕੋਈ ਰੋਗ ਨਹੀਂ ਰਹੇਗਾ। ਹਾਂਜੀ। ਜੇ ਆਇਸ ਉਲੰਘ ਹੈ ਕਿਤ ਕਾਲਾ। ਤੇ ਜੇ ਮਹਾਰਾਜ ਕਹਿੰਦੇ ਸਾਡੀ ਆਗਿਆ ਤੂੰ ਨਾ ਮੰਨੀ, ਸਾਡੇ ਹੁਕਮ ਤੋਂ ਬਾਹਰ ਗਿਆ ਤੇ ਸ਼ਰਾਬ ਪੀ ਲਈ, ਹਾਂਜੀ, ਕਰਹਿ ਪਾਨ ਮਦ ਹੋਏ ਨਾ ਟਾਲਾ। ਫਿਰ ਨਹੀਂ ਮਿਰਗੀ ਨੂੰ ਕੋਈ ਟਾਲ ਸਕਦਾ, ਫਿਰ ਉਹ ਆ ਜਾਏਗੀ। ਮਹਾਰਾਜ ਕਹਿਣ ਲੱਗੇ ਹਾਂਜੀ, ਤਬ ਮਿਰਗੀ ਹੋਵਹਿ ਤਨ ਆਨ। ਮਹਾਰਾਜ ਕਹਿਣ ਲੱਗੇ ਤੂੰ ਸ਼ਰਾਬ ਪੀਤੀ ਨਹੀਂ ਤੇ ਮਿਰਗੀ ਆਈ ਨਹੀਂ। ਮਹਾਰਾਜ ਕਹਿਣ ਲੱਗੇ ਹਾਂਜੀ, ਜਿਸ ਤੇ ਬਿਨਸ ਜਾਏ ਤਬ ਪ੍ਰਾਨ। ਇਹ ਵੀ ਸੁਣ ਲੈ ਫਿਰ ਉਸੇ ਮਿਰਗੀ ਕਰਕੇ ਤੇਰੇ ਪ੍ਰਾਣ ਨਿਕਲ ਜਾਣਗੇ। ਗੱਜ ਕੇ ਆਖੋ ਵਾਹਿਗੁਰੂ। ਫਿਰ ਜਾਂ ਤੇ ਬੰਦਾ ਬਚਨ ਕਰਾਵੇ ਨਾ ਜੀ, ਤੇ ਜੇ ਕਰਾਵੇ ਤੇ ਫਿਰ ਪਹਿਰਾ ਦਵੇ, ਕਿਉਂਕਿ ਫਿਰ ਜੇ ਪਹਿਰਾ ਨਾ ਦਿੱਤਾ ਫਿਰ ਕੰਮ ਪੁੱਠਾ ਪੈ ਜਾਂਦਾ ਜੀ। ਮਹਾਰਾਜ ਨੇ ਕਿਹਾ ਜੇ ਪੀ ਲਈ ਨਾ ਸ਼ਰਾਬ ਤੇ ਫਿਰ ਮਿਰਗੀ ਆ ਜਾਣੀ ਓ। ਹਾਂਜੀ। ਸੁਨ ਬੰਧਨ ਕਰ ਸਦਨ ਸਿਧਾਰਾ। ਸੁਨ ਬੰਧਨ ਕਰ, ਸੁਣ ਕੇ ਮੱਥਾ ਟੇਕ ਕੇ ਚਲੇ ਗਿਆ ਉਹ। ਹਾਂਜੀ। ਤਿਆਗ ਦੀਨ ਮਦ ਪਾਨ ਕੁਢਾਰਾ। ਤੇ ਸਾਧ ਸੰਗਤ ਜੀ ਉਹਨੇ ਸ਼ਰਾਬ ਪੀਣੀ ਛੱਡ ਦਿੱਤੀ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਰੋਗ ਮਿਰਗੀ ਕੋ ਭਇਓ ਬਿਨਾਸਾ। ਤੇ ਸਤਿਗੁਰੂ ਜੀ ਦਾ ਬਚਨ ਸੀ ਤੂੰ ਸ਼ਰਾਬ ਪੀਣੀ ਛੱਡ ਤੇ ਮਿਰਗੀ ਪੈਣੋਂ ਹਟ ਜਾਏਗੀ। ਉਹ ਮਿਰਗੀ ਪੈਣੀ ਹਟ ਗਈ ਜੀ, ਉਹਨੂੰ ਮਿਰਗੀ ਦਾ ਰੋਗ ਖਤਮ ਹੋ ਗਿਆ। ਹਾਂਜੀ। ਸਦਾ ਅਰੋਗੀ ਹੋਏ ਹੁਲਾਸਾ। ਤੇ ਉਹ ਅਰੋਗ ਹੋ ਗਿਆ ਜੀ ਤੇ ਖੁਸ਼ ਰਹਿਣ ਲੱਗ ਪਿਆ ਮਹਾਰਾਜ ਦੀ ਕਿਰਪਾ ਨਾਲ। ਹਾਂਜੀ। ਚਿਰੰਕਾਲ ਸੁਖ ਭੋਗਿਓ ਪੀਨਾ। ਲੰਮਾ ਸਮਾਂ ਸ਼ਰਾਬ ਨਾ ਪੀਣ ਕਰਕੇ ਸੁਖ ਭੋਗਿਆ ਜੀ ਉਸ ਚੌਧਰੀ ਨੇ। ਉਹਦਾ ਸਰੀਰ ਮੋਟਾ ਤਾਜ਼ਾ ਹੋ ਗਿਆ, ਵਧੀਆ ਹੋ ਗਿਆ, ਜਾਨ ਆਈ ਸਰੀਰ ਵਿੱਚ। ਹਾਂਜੀ। ਮਨ ਕਠੋਰ ਨਹਿ ਕੀਨ ਪਤੀਨਾ। ਤੇ ਸਾਧ ਸੰਗਤ ਜੀ ਮਨ ਕਠੋਰ ਨਹਿ ਕੀਨ ਪਤੀਨਾ,
ਫਿਰ ਵੀ ਮਨ ਕਠੋਰ ਹੋਣ ਕਰਕੇ ਤੇ ਭਰੋਸਾ ਨਾ ਆਇਆ ਮਹਾਰਾਜ ਤੇ। ਹਾਂਜੀ। ਭੂਲ ਗਇਓ ਜੜ ਗੁਰ ਕੇ ਬੈਨ, ਤੇ ਮੂਰਖ ਚੌਧਰੀ ਮਹਾਰਾਜ ਦੇ ਬਚਨ ਭੁੱਲ ਗਿਆ। ਗੱਜ ਕੇ ਆਖੋ ਵਾਹਿਗੁਰੂ। ਸਤਿਗੁਰਾਂ ਦੇ ਬਚਨ ਭੁੱਲ ਗਿਆ ਜੀ ਉਹ। ਹਾਂਜੀ। ਪਤਾ ਨਿਹਾਰ ਲੀਨ ਭੀ ਨੈਣ, ਅਰੇ ਅੱਖਾਂ ਨਾਲ ਵੇਖ ਵੀ ਲਿਆ ਸੀ ਵੀ ਮੈਂ ਮਹਾਰਾਜ ਦਾ ਬਚਨ ਮੰਨਿਆ ਤੇ ਮਿਰਗੀ ਪੈਣੀ ਹਟ ਗਈ ਹੈ। ਪਰ ਮੈਂ ਦਾਸ ਨੇ ਅੱਗੇ ਬੇਨਤੀ ਕੀਤੀ ਨਾ, ਕਈ ਤੇ ਵੇਖ ਕੇ ਸਮਝ ਜਾਂਦੇ, ਕਈਆਂ ਦੇ ਭਾਗ ਇੰਨੇ ਮਾੜੇ ਹੁੰਦੇ ਆ ਉਹ ਸਾਰਾ ਕੁਝ ਵੇਖ ਕੇ ਵੀ ਨਹੀਂ ਸਮਝਦੇ ਜੀ। ਹਾਂਜੀ। ਇੱਕ ਦਿਨ ਸ਼ਿਆਮ ਘਟਾ ਘੁਮਡਾਈ, ਬਸ ਫਿਰ ਇੱਕ ਦਿਨ ਬੱਦਲ ਹੋਇਆ ਜੀ, ਕਾਲੀ ਘਟਾ ਆਈ ਜੀ। ਹਾਂਜੀ। ਭਾਈ ਠੰਡ ਬੂੰਦੇ ਬਰਖਾਈ, ਮੀਂਹ ਪਿਆ ਤੇ ਠੰਡ ਹੋ ਗਈ ਜੀ। ਹਾਂਜੀ। ਚਲਹਿ ਬਾਜੂ ਸੁਖ ਦੇਵਨ ਹਾਰੀ, ਠੰਡੀ ਠੰਡੀ ਹਵਾ ਚੱਲਣ ਲੱਗ ਪਈ। ਹਾਂਜੀ। ਮధుਰ ਮధుਰ ਗਰਜਤ ਘਟਕਾਰੀ, ਤੇ ਮਿੱਠੀ ਮਿੱਠੀ ਆਵਾਜ਼ ਵਿੱਚ ਬੱਦਲ ਵੀ ਥੋੜਾ ਥੋੜਾ ਗਰਜਣ। ਹਾਂਜੀ। ਤਬ ਹੀ ਮਦਰਾ ਲੀਨ ਮੰਗਾਈ, ਬਸ ਫਿਰ ਇਹਦੇ ਕੋਲੋਂ ਰਿਹਾ ਨਾ ਗਿਆ ਤੇ ਇਹਨੇ ਸ਼ਰਾਬ ਮੰਗਾ ਲਈ ਜੀ। ਗੱਜ ਕੇ ਆਖੋ ਵਾਹਿਗੁਰੂ। ਬਸ ਬਚਨ ਨਹੀਂ ਰਿਹਾ ਤੇ ਬਰਕਤ ਘਟ ਗਈ ਜੀ। ਹਾਂਜੀ। ਉਮਗਿਓ ਰਿਦਾ ਰਹਿਓ ਨਹਿ ਜਾਈ, ਤੇ ਸਾਧ ਸੰਗਤ ਜੀ ਰਿਹਾ ਨਹੀਂ ਗਿਆ, ਮਨ ਚ ਕਹਿੰਦਾ ਸ਼ਰਾਬ ਪੀਏ। ਕਰਿਓ ਪਾਨ ਮੁਖ ਨੁਕਲ ਮੰਗਾਏ, ਤੇ ਸਾਧ ਸੰਗਤ ਜੀ ਨਾਲ ਖਾਣ ਵਾਲੀ ਚੀਜ਼ ਵੀ ਮੰਗਾਈ ਇਹਨੇ। ਖਾਣ ਵਾਲੀ ਚੀਜ਼ ਮੰਗਾ ਕੇ ਤੇ ਫਿਰ ਸ਼ਰਾਬ ਪੀ ਲਈ। ਖਾਵਤ ਚੜਿਓ ਅਮਲ ਉਰ ਛਾਏ, ਬਸ ਸ਼ਰਾਬ ਪੀਂਦਿਆਂ ਹੀ ਚੌਧਰੀ ਨੂੰ ਨਸ਼ਾ ਚੜ ਗਿਆ। ਜਾਏ ਅਰੂਡਿਓ ਬਹੁਰ ਅਟਾਰੀ, ਤੇ ਫਿਰ ਐ ਉੱਪਰ ਠੰਡ ਵਰਤੀ ਹੋਈ ਸੀ, ਅਟਾਰੀ ਤੇ ਚੜ ਗਿਆ ਸ਼ਰਾਬ ਪੀ ਕੇ, ਸ਼ਰਾਬੀ ਹੋ ਕੇ। ਤੁਹਾਨੂੰ ਪਤਾ ਫਿਰ ਸ਼ਰਾਬ ਪੀ ਕੇ ਬੰਦਾ ਪੁੱਠੀਆਂ ਸਿੱਧੀਆਂ ਗੱਲਾਂ ਤੇ ਕਰਦਾ ਹੀ ਹੈ। ਹਾਂਜੀ। ਪੇਖਨ ਬਹਾਰ ਬਰਖ ਤੋਂ ਬਾਰੀ, ਬਾਹਰ ਆਇਆ ਤੱਕਣ ਵਾਸਤੇ, ਅਟਾਰੀ ਤੇ ਚੜ ਗਿਆ। ਹਾਂਜੀ। ਗੁਰ ਦਿਸ਼ ਊਚੇ ਕਹਿਓ ਪੁਕਾਰਾ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਜਿੱਧਰ ਸਤਿਗੁਰੂ ਜੀ ਦਾ ਦਰਬਾਰ ਸੀ ਨਾ, ਜਿੱਧਰ ਗੁਰੂ ਅੰਗਦ ਦੇਵ ਮਹਾਰਾਜ ਰਹਿੰਦੇ ਸਨ, ਸਤਿਗੁਰਾਂ ਦੇ ਦਰਬਾਰ ਵੱਲ ਮੁਖ ਕਰਕੇ ਉੱਚੀ ਦਿੱਤੀ ਬੋਲਿਆ, ਘਰ ਮਦ ਪਾਨ ਭਇਓ ਮਤਵਾਰਾ। ਕਿਉਂ ਮੂਰਖ ਸੀਗਾ, ਸ਼ਰਾਬ ਦਾ ਨਸ਼ਾ ਬੋਲਣ ਦਿਆ ਵਿੱਚੋਂ। ਉੱਚੀ ਦਿੱਤੀ ਬੋਲਿਆ, ਤਪਾ ਹਟਾਇਓ ਹੁਕਮ ਤੁਮਾਰਾ। ਕਹਿੰਦਾ ਤਪਾ ਜੀ ਤੁਹਾਡਾ ਹੁਕਮ ਟਾਲ ਦਿੱਤਾ ਜੇ ਮੈਂ। ਹਾਂਜੀ। ਬੂੰਦਾ ਬਰਖਤ ਬੜੀ ਬਹਾਰਾ, ਅੱਜ ਮੀਂਹ ਪੈ ਰਿਹਾ, ਬੜੀ ਸੁੰਦਰ ਬਹਾਰ ਹੈ। ਰਹਿਓ ਨਾ ਜਾਏ ਮੋਹ ਤੇ ਕੈਸੇ, ਤੇ ਮੇਰੇ ਕੋ ਕਿਵੇਂ ਰਿਹਾ ਜਾਵੇ, ਇੰਨਾ ਵਧੀਆ ਮਾਹੌਲ ਹੈ, ਇਹ ਉਹ ਕਹਿ ਰਿਹਾ। ਹਾਂਜੀ। ਪਾਵਤ ਆਦ ਪਰਮੋਦ ਮੈਂ ਐਸੇ, ਮੈਂ ਕਹਿਣ ਲੱਗੇ ਇਸ ਕਰਕੇ ਵੱਡਾ ਆਨੰਦ ਪ੍ਰਾਪਤ ਕੀਤਾ। ਤੇ ਉੱਚੀ ਉੱਚੀ ਕਹਿੰਦਾ ਸ਼ਰਾਬ ਪੀ ਲਈ ਹੈ, ਬਚਨ ਹਟਾਤਾ। ਹਾਂਜੀ। ਸ਼੍ਰੀ ਅੰਗਦ ਸੁਨ ਬਿਕਸੇ ਤਬੈ, ਪਰ ਮਹਾਰਾਜ ਵੀ ਪੂਰੇ ਨੇ ਜੀ, ਸੱਚੇ ਪਾਤਸ਼ਾਹ ਪੂਰੇ ਨੇ। ਮਹਾਰਾਜ ਨੇ ਵੇਖਿਆ ਇਹਨੇ ਬਚਨ ਨਹੀਂ ਸਾਡਾ ਮੰਨਿਆ, ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਨਾ ਜੀ ਉਸੇ ਵੇਲੇ ਖੁਸ਼ ਹੋ ਗਏ। ਮਹਾਰਾਜ ਇਹ ਮੂਰਖ ਹੈਗਾ, ਕੀ ਕਰ ਬੈਠਾ। ਹਾਂਜੀ। ਕਹਿਓ ਸੁਚੇਤ ਹੋ ਤੂੰ ਅਬੈ, ਮਹਾਰਾਜ ਵੀ ਫਿਰ ਪਲੰਗੇ ਤੇ ਬੈਠਿਆਂ ਹੀ ਬਚਨ ਕੀਤਾ। ਮਹਾਰਾਜ ਕਹਿੰਦੇ ਫਿਰ ਸਾਵਧਾਨ ਹੋ ਜਾ, ਹੋ ਜਾ ਫਿਰ ਸਾਵਧਾਨ। ਹਾਂਜੀ। ਛੋਟ ਮਿਰਗੀ ਆਈ ਦਿਸ਼ ਤੋ ਹੈ, ਮਹਾਰਾਜ ਕਹਿੰਦੇ ਅਸੀਂ ਵੀ ਮਿਰਗੀ ਛੱਡਤੀ ਓ, ਫਿਰ ਜਿਹੜੀ ਮਿਰਗੀ ਬੰਨੀ ਸੀ ਨਾ ਤੇਰੀ ਉਹ ਫਿਰ ਛੱਡ ਦਿੱਤੀ ਤੇ ਆ ਰਹੀ ਹੈ। ਹੁਕਮ ਹਟਾਵਨ ਕੀਨ ਸਮੋਹੇ, ਤੂੰ ਸਾਡਾ ਹੁਕਮ ਮੋੜਿਆ, ਸਾਂਭ ਫਿਰ ਆਪਣੀ ਮਿਰਗੀ ਨੂੰ। ਬਾਂਦੀ ਹੋਤੀ ਹੁਕਮ ਕੀ ਇਹੀ, ਮਹਾਰਾਜ ਕਹਿੰਦੇ ਇਹ ਤੇ ਸਾਡੇ ਹੁਕਮ ਨਾਲ ਬੱਝੀ ਪਈ ਸੀਗੀ, ਦੌਰਾ ਪੈਣਾ ਸੀ, ਸਾਡੇ ਹੁਕਮ ਨਾਲ ਬੱਝਾ ਸੀ। ਬਸ ਇਹੋ ਹੀ ਕਮੀ ਹੈ ਬੰਦੇ ਦੀ। ਸੰਗਤ ਦੀ ਬੰਦਾ ਗੁਰੂ ਦਾ ਬਚਨ ਨਹੀਂ ਮੰਨ ਪਾਉਂਦਾ, ਫਿਰ ਵਿਪਤਾ ਆਉਂਦੀ ਬੰਦੇ ਤੇ ਜੀ। ਹਾਂਜੀ। ਬਚਨ ਮੰਨੀ ਜਾਵੇ ਸੁੱਖ ਬਣਿਆ ਰਹਿੰਦਾ ਜੀ। ਹਾਂਜੀ। ਹੁਕਮ ਨਾ ਰਹਿਓ ਟਿਕਹਿ ਕਬ ਕੇਹੀ, ਮਹਾਰਾਜ ਕਹਿੰਦੇ ਜਦੋਂ ਹੁਕਮ ਹੀ ਨਹੀਂ ਰਿਹਾ ਤੇ ਫਿਰ ਮਿਰਗੀ ਕਿਵੇਂ ਰੁਕੇਗੀ, ਮਿਰਗੀ ਵੀ ਆਏਗੀ। ਹਾਂਜੀ। ਤਤ ਛਿਨ ਉਠੀ ਚੌਧਰੀ ਜਾਏ, ਬਸ ਇਧਰੋਂ ਫਿਰ ਹੁਕਮ ਹੋ ਗਿਆ ਜੀ। ਹਾਂਜੀ ਵੀ ਮਿਰਗੀ ਆ ਰਹੀ ਹੈ
ਤੇ ਮਿਰਗੀ ਜਿਹੜੀ ਬੱਧੀ ਸੀ ਉਹ ਖੁੱਲ ਗਈ ਜੀ, ਤੇ ਸਾਧ ਸੰਗਤ ਦੀ ਚੌਧਰੀ ਉੱਤੇ ਪਹੁੰਚ ਗਈ ਮਿਰਗੀ। ਹਾਂਜੀ, ਗਿਰਿਓ ਅਟਾਰੀ ਤੇ ਉਥਲਾਏ, ਅਟਾਰੀ ਤੇ ਚੜਿਆ ਸੀ ਹਉਮੈ ਵਿੱਚ, ਹੰਕਾਰ ਵਿੱਚ, ਸ਼ਰਾਬ ਪੀ ਲਈ ਸੀ। ਐਸੀ ਮਿਰਗੀ ਆਈ, ਦੌਰਾ ਪਿਆ, ਉਥੋਂ ਅਟਾਰੀ ਤੋਂ ਡੜਮ ਥੱਲੇ ਡਿੱਗਿਆ ਜੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਂਜੀ, ਸੀਸ ਧਰਾ ਪਰ ਲਾਗਿਓ ਜਬੈ, ਸਿਰ ਧਰਤੀ ਤੇ ਲੱਗਾ ਚੌਧਰੀ ਦਾ। ਹਾਂਜੀ, ਫੂਟਿਓ ਨਿਕ ਸਮੀਜ ਤਹਿ ਤਬੈ, ਬਸ ਉਥੇ ਵੇਲੇ ਸਿਰ ਫਟ ਗਿਆ ਤੇ ਸਾਧ ਸੰਗਤ ਇਹਦੀ ਮਿੱਝ ਨਿਕਲ ਗਈ ਜੀ, ਸਿਰ ਦੀ ਜੀ, ਖਤਮ ਕਹਾਣੀ ਜੀ ਉਹਦੀ। ਹਾਂਜੀ, ਤਤ ਛਿਨ ਮਰਿਓ ਮੁਗਧ ਦੁਖ ਪਾਏ, ਮੂਰਖ ਦੁੱਖ ਪਾ ਕੇ ਤੜਪ ਕੇ ਮਰ ਗਿਆ ਜੀ। ਹਾਂਜੀ, ਲਿਓ ਸੰਬੰਧਨ ਦਿਓ ਜਲਾਏ, ਸੰਬੰਧੀਆਂ ਨੇ ਚੁੱਕ ਕੇ ਉਹਦੇ ਸਰੀਰ ਦਾ ਸੰਸਕਾਰ ਕਰ ਦਿੱਤਾ। ਸੋਰਠਾ ਸਤਿਗੁਰ ਸੋ ਉਪਹਾਸ ਕਰੇ, ਗਰਭ ਧਰ ਮੂਡ ਮਤ। ਇਸ ਕਰਕੇ ਭਾਈ ਸੰਤੋਖ ਸਿੰਘ ਜੀ ਲਿਖਦੇ, ਸਾਧ ਸੰਗਤ ਜੀ, ਜੇ ਕੋਈ ਮੂਰਖ ਹੰਕਾਰ ਵਾਲੀ ਮਤ ਧਾਰਨ ਕਰਕੇ ਸਤਿਗੁਰੂ ਦੇ ਨਾਲ ਮਜ਼ਾਕ ਕਰਦਾ ਹੈ, ਗੁਰੂ ਸਾਹਿਬ ਨਾਲ ਕੋਈ ਮਖੌਲ ਉਡਾਉਂਦਾ ਗੁਰੂ ਸਾਹਿਬ ਦਾ। ਹਾਂਜੀ, ਤਤ ਛਿਨ ਹੋਏ ਬਿਨਾਸ਼, ਪਰਹਿ ਨਰਕ ਮਰ ਕੈ ਅਗਤ। ਤੇ ਫਿਰ ਸਮਝ ਲਓ ਉਹਦੀ ਮੌਤ ਵੀ ਨੀਅਤ ਹੈ ਤੇ ਉਹ ਬੰਦਾ ਨਰਕਾਂ ਵਿੱਚ ਪੈ ਕੇ ਮਰੇਗਾ। ਹਾਂਜੀ, ਮਰ ਕੇ ਨਰਕਾਂ ਵਿੱਚ ਪਏਗਾ, ਬੇਗਤੀ ਹੋਏਗੀ ਉਹਦੀ, ਉਹ ਬੰਦਾ ਦੁੱਖ ਪਾਏਗਾ। ਜਿਉਂਦਿਆਂ ਜੀ ਵੀ ਦੁਖੀ ਤੇ ਮਰਨ ਤੋਂ ਬਾਅਦ ਵੀ ਦੁਖੀ ਜੀ, ਜਿਹੜਾ ਸਤਿਗੁਰੂ ਦਾ ਬਚਨ ਨਹੀਂ ਕਮਾਉਂਦਾ ਜੀ। ਸਾਧ ਸੰਗਤ ਜੀ, ਮਹਾਰਾਜ ਦਾ ਇੱਕ ਬਚਨ ਹੈ, ਸਤਿਗੁਰ ਦਿਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਕੌਣ ਨੇ? ਸਤਿਗੁਰੂ ਪ੍ਰਤੱਖ ਰੱਬ ਦਾ ਰੂਪ ਨੇ ਜੀ। ਗੁਰੂ ਸਾਹਿਬ ਪ੍ਰਤੱਖ ਰੱਬ ਦਾ ਰੂਪ ਨੇ, ਅੰਮ੍ਰਿਤ ਬਚਨ ਸੁਣਾਉਂਦੇ ਹੈ। ਤੇ ਜੇ ਕੋਈ ਫਿਰ ਨਿੰਦਾ ਕਰਦਾ ਹੈ ਨਾ, ਤੇ ਮਹਾਰਾਜ ਦਾ ਇਹ ਵੀ ਬਚਨ 'ਚ, ਜੇ ਕੋ ਨਿੰਦਾ ਕਰੈ ਪੂਰੇ ਸਤਿਗੁਰੂ ਕੀ, ਸੋ ਆਪ ਉਪਾਵਨ ਹਾਰੈ ਮਾਰਿਆ। ਪੈਦਾ ਕਰਨ ਵਾਲਾ ਰੱਬ ਨਹੀਂ ਤੇ ਉਹਨੂੰ ਛੱਡਦਾ ਜੀ। ਤੇ ਜੇ ਕੋਈ ਮਖੌਲ ਉਡਾਵੇ ਤਾਂ ਨਿੰਦਾ ਤੋਂ ਵੀ ਗਾਂਹ ਦੀ ਗੱਲ ਹੈ ਜੀ, ਤੇ ਰੱਬ ਉਸੇ ਵੇਲੇ ਸਜਾ ਦਿੰਦਾ ਜੀ। ਇਸ ਕਰਕੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਨਰ ਅਚੇਤ ਪਾਪ ਤੇ ਡਰ ਰੇ। ਮਹਾਰਾਜ ਕਹਿੰਦੇ ਡਰ, ਡਰ ਉਸ ਵਾਹਿਗੁਰੂ ਜੀ ਤੋਂ, ਪਾਪ ਨਾ ਕਰ, ਡਰ ਪਾਪ ਕਰਨ ਤੋਂ। ਸੋ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਇਸ ਤਰੀਕੇ ਨਾਲ ਗੁਰੂ ਸਾਹਿਬ ਤੇ ਅੱਜ ਵੀ ਉਹੋ ਹੀ ਨੇ ਸੰਗਤ ਜੀ, ਜਿਹੜਾ ਸਤਿਕਾਰ ਕਰੇਗਾ ਉਹਨੂੰ ਬੜਾ ਫਲ ਮਿਲੇਗਾ, ਜਿਹੜਾ ਬਚਨ ਕਮਾਏਗਾ ਉਹਦੀ ਝੋਲੀ 'ਚ ਸੁੱਖ ਪੈਣਗੇ, ਜਿਹੜਾ ਅਵੱਗਿਆ ਕਰੇਗਾ ਉਹਦੀ ਝੋਲੀ ਵਿੱਚ ਦੁੱਖ ਪੈ ਜਾਣਗੇ। ਸੋ ਸੱਚੇ ਪਾਤਸ਼ਾਹ ਮਿਹਰ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਕਹੋ ਵਾਹਿਗੁਰੂ 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 ਵਾਹਿਗੁਰੂ। ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ਾਂ ਕਰਨ, ਸਾਡੀ ਝੋਲੀ ਵਿੱਚ ਸੁੱਖ ਪਾਉਣ।
ਤੇ ਸਦਾ ਹੀ ਗੁਰੂ ਸਾਹਿਬ ਜੀ ਦਾ ਸਤਿਕਾਰ ਕਰਨਾ, ਬੇਅਦਬੀ ਵਾਲਾ ਫੁਰਨਾ ਨਹੀਂ ਬਣਾਉਣਾ। ਸਤਿਗੁਰੂ ਦਾ ਬਚਨ ਨਹੀਂ ਮੰਨਣਾ, ਇਹ ਵੀ ਸਤਿਗੁਰੂ ਦੀ ਬੇਅਦਬੀ ਹੈ। ਗੁਰੂ ਸਾਹਿਬ ਜੀ ਦਾ ਬਚਨ ਨਾ ਮੰਨਣਾ ਜੀ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਨਿਰਗੁਣ ਬੰਦੇ ਜਿਨ੍ਹਾਂ ਵਿੱਚ ਕੋਈ ਗੁਣ ਨਹੀਂ ਹੈਗਾ ਜੀ, ਉਹ ਵੀ ਗੁਰੂ ਸਾਹਿਬ ਦਾ ਬਚਨ ਸੁਣ ਲੈਣ, ਕਮਾ ਲੈਣ ਤੇ ਉਹ ਵੀ ਤਰ ਜਾਂਦੇ ਜੀ। ਸੱਚੇ ਪਾਤਸ਼ਾਹ ਮਿਹਰਾਂ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।